ਹੈਲੋ ਸਟੂਡੈਂਟਸ, ਅੱਜ ਦੇ ਲੈਕਚਰ 'ਚ ਅਸੀਂ ਇੱਕ ਹੋਰ ਸੇਫਟੀ ਸਿਸਟਮ ਬਾਰੇ ਪੜਾਂਗੇ ਜਿਹਨੂੰ ਅਸੀਂ ਸੀਟ ਬੈਲਟ ਕਹਿੰਦੇ ਹਾਂ। ਅਸੀਂ ਕਾਮਨਲੀ ਯੂਜ਼ ਕਰਦੇ ਹਾਂ, ਸਭ ਨੇ ਦੇਖਿਆ ਵੀ ਹੋਏਗਾ ਵੀ ਹਰ ਕਾਰ ਦੇ ਵਿੱਚ ਅੱਜ ਕੱਲ੍ਹ ਸੀਟ ਬੈਲਟ ਆ ਰਹੀ ਹੈ। ਉਸ ਸੀਟ ਬੈਲਟ ਦੇ ਕੰਮ ਕੀ ਨੇ, ਕੀ ਅਸੀਂ ਉਹਨੂੰ ਕਿੱਦਾਂ ਉਹਨੂੰ ਯੂਜ਼ ਕਰਦੇ ਹਾਂ, ਹੋਰ ਉਹਦੇ ਬੈਨੀਫਿਟ ਕੀ ਨੇ, ਟਾਈਪਸ ਕੀ ਨੇ, ਠੀਕ ਹੈ, ਉਹਦੇ ਬਾਰੇ ਆਪਾਂ ਅੱਜ ਸਟੱਡੀ ਕਰਾਂਗੇ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਜੀ ਸੀਟ ਬੈਲਟ। ਇਟ ਇਜ਼ ਆਲਸੋ ਕਾਲਡ ਸੇਫਟੀ ਬੈਲਟ। ਸੀਟ ਬੈਲਟ ਨੂੰ ਆਪਾਂ ਸੇਫਟੀ ਬੈਲਟ ਵੀ ਕਹਿੰਦੇ ਹਾਂ। ਜਿਹੜੀ ਆਪਾਂ ਸੀਟ ਬੈਲਟ ਆਪਣੀ ਕਾਰ 'ਚ ਯੂਜ਼ ਕਰਦੇ ਹਾਂ, ਚਾਹੇ ਉਹ ਅੱਗੇ ਵਾਲੀ ਸੀਟ ਬੈਲਟ ਹੋਵੇ, ਡਰਾਈਵਰ ਸਾਈਡ ਵਾਲੀ ਹੋਵੇ, ਪੈਸੇਂਜਰ ਸਾਈਡ ਵਾਲੀ ਹੋਵੇ, ਜਾਂ ਪਿਛਲੇ ਸਾਈਡ ਵਾਲੀ ਹੋਵੇ, ਕੋਈ ਵੀ ਸੀਟ ਬੈਲਟ ਹੋਵੇ, ਉਹਨੂੰ ਅਸੀਂ ਸੇਫਟੀ ਬੈਲਟ ਦੇ ਨਾਂ ਤੋਂ ਵੀ ਜਾਣਦੇ ਹਾਂ, ਸੇਫਟੀ ਬੈਲਟ ਵੀ ਕਹਿੰਦੇ ਹਾਂ। ਇਟ ਇਜ਼ ਏ ਹਾਰਨੈਸ designed to hold in place the occupant of against harmful movement that they may result from a sudden stop। ਕਹਿੰਦੇ ਇਹ ਕੀ ਹੈ, ਇਹ ਇੱਕ ਤਰ੍ਹਾਂ ਦੀ ਹਾਰਨੈਸ ਹੈ। ਹਾਰਨੈਸ ਕੀ ਹੁੰਦਾ ਹੈ? ਜਦੋਂ ਅਸੀਂ ਕਿਸੇ ਵੀ ਤਾਰਾਂ ਨੂੰ, ਬੈਲਟਾਂ ਨੂੰ, ਜਾਂ ਹੋਰ ਕੋਈ ਇੱਦਾਂ ਦੀਆਂ ਚੀਜ਼ਾਂ ਜਿਵੇਂ ਸਲੀਵਸ ਹੋ ਗਈਆਂ, ਸ਼ੀਵਸ ਹੋ ਗਈਆਂ, ਉਹਨਾਂ ਨੂੰ ਅਸੀਂ ਆਪਸ 'ਚ ਜੋੜ ਕੇ ਇੱਕ ਸਟਰਕਚਰ ਤਿਆਰ ਕਰ ਦਿੰਦੇ ਹਾਂ ਨਾ, ਉਹਨੂੰ ਅਸੀਂ ਹਾਰਨੈਸ ਕਹਿੰਦੇ ਹਾਂ। ਇੱਦਾਂ ਇੱਕ ਵਾਇਰਿੰਗ ਹਾਰਨੈਸ ਵੀ ਆਉਂਦੀ ਹੈ। ਵਾਇਰਿੰਗ ਹਾਰਨੈਸ ਕੀ ਚੀਜ਼ ਹੈ, ਉਹ ਤੁਸੀਂ AEEE ਦੇ ਵਿੱਚ ਪੜ੍ਹੋਗੇ। ਜਦੋਂ ਤੁਸੀਂ ਕਲਰ ਕੋਡਿੰਗ ਪੜ੍ਹੋਗੇ ਉਹਦੇ 'ਚ ਕੀ ਦੱਸਦੇ ਨੇ ਉਹ, ਵੀ ਜਦੋਂ ਵੀ ਗੱਡੀ ਦੇ ਵਿੱਚ ਜਿੰਨੀ ਵੀ ਵਾਇਰਿੰਗ ਹੈ, ਉਹ ਸਾਰੀ ਦੀ ਸਾਰੀ ਵਾਇਰਿੰਗ ਜਿਹੜੀ ਹੈ ਉਹ ਇੱਕ ਤਰ੍ਹਾਂ ਇੱਕ ਪੂਰਾ ਗੁੱਛਾ ਬਣਿਆ ਹੋਇਆ ਹੈ, ਜਿਹੜਾ ਮਾਰਕੀਟ ਦੇ ਵਿੱਚ ਬਣਿਆ ਬਣਾਇਆ ਸਾਨੂੰ ਮਿਲਦਾ ਹੈ। ਜਦੋਂ ਵੀ ਕਿਸੇ ਗੱਡੀ ਦੇ ਵਿੱਚ ਐਦਾਂ ਕਿਤੇ ਗੱਡੀ ਦੇ ਵਿੱਚ ਵਾਇਰਿੰਗ ਵਗੈਰਾ ਸੜ ਜਾਂਦੀ ਹੈ, ਉਦੋਂ ਅਸੀਂ ਇਕੱਲੀ ਇਕੱਲੀ ਵਾਇਰ ਨੂੰ ਚੇਂਜ ਨਹੀਂ ਕਰਦੇ, ਉਦੋਂ ਅਸੀਂ ਸਾਰੀ ਦੀ ਸਾਰੀ ਵਾਇਰਿੰਗ ਨੂੰ ਚੇਂਜ ਕਰਦੇ ਹਾਂ, ਪੂਰੀ ਦੀ ਪੂਰੀ ਹਾਰਨੈਸ ਨੂੰ ਚੇਂਜ ਕਰਦੇ ਹਾਂ। ਉਹਨੂੰ ਅਸੀਂ ਕਹਿੰਦੇ ਹਾਂ ਵਾਇਰਿੰਗ ਹਾਰਨੈਸ। ਐਦਾਂ ਹੀ ਇੱਥੇ ਆਪਾਂ ਹਾਰਨੈਸ ਕਿਹਨੂੰ ਕਿਹਾ? ਇੱਥੇ ਆਪਾਂ ਹਾਰਨੈਸ ਉਹਨੂੰ ਕਹਿ ਦਿੱਤਾ ਵੀ ਜਿਹਦੇ 'ਚ ਆਪਾਂ ਦੋ ਤਿੰਨ ਬੈਲਟਾਂ ਅਲੱਗ-ਅਲੱਗ ਤਰ੍ਹਾਂ ਦੀਆਂ ਆਪਸ 'ਚ ਜੋੜਤੀਆਂ, ਆਪਸ 'ਚ ਜੋੜ ਕੇ ਉਹਨੂੰ ਆਪਾਂ ਕਾਰ 'ਚ ਫਿੱਟ ਕਰਤਾ ਅਤੇ ਉਹਨੂੰ ਅਸੀਂ ਹਾਰਨੈਸ ਕਹਿ ਦਿੱਤਾ। ਇਟ ਇਜ਼ ਏ ਹਾਰਨੈਸ। ਇਹ ਇੱਕ ਹਾਰਨੈਸ ਹੈ। ਜਿਹੜੀ ਸੀਟ ਬੈਲਟ ਹੈ ਉਹ ਕੀ ਇੱਕ ਹਾਰਨੈਸ ਹੈ। ਡਿਜ਼ਾਈਨਡ ਕਾਹਦੇ ਵਾਸਤੇ ਡਿਜ਼ਾਈਨ ਕੀਤੀ ਗਈ ਹੈ? ਟੂ ਹੋਲਡ ਇਨ ਪਲੇਸ ਦੀ ਓਕੂਪੈਂਟ। ਵੀ ਜਿਹੜੇ ਓਕੂਪੈਂਟਸ ਨੇ, ਜਿਹੜੇ ਪੈਸੇਂਜਰਸ ਨੇ, ਜਾਂ ਜਿਹੜਾ ਡਰਾਈਵਰ ਹੈ, ਉਹਨੂੰ ਹੋਲਡ ਇਨ ਪਲੇਸ ਮਤਲਬ ਇੱਕ ਜਗ੍ਹਾ 'ਤੇ ਟਿਕਾ ਕੇ ਰੱਖਣ ਦੇ ਲਈ, ਇੱਕ ਜਗ੍ਹਾ 'ਤੇ ਮਤਲਬ ਹੋਲਡ ਕਰਕੇ ਰੱਖਣ ਦੇ ਲਈ ਉਹਨੂੰ ਡਿਜ਼ਾਈਨ ਕੀਤਾ ਗਿਆ। ਕਾਹਦੇ ਅਗੇਂਸਟ? ਅਗੇਂਸਟ ਹਾਰਮਫੁਲ ਮੂਵਮੈਂਟ ਦੈਟ ਦੇ ਮੇ ਰਿਜ਼ਲਟ ਫਰੋਮ ਏ ਸਡਨ ਸਟੋਪ। ਕਹਿੰਦੇ ਜਦੋਂ ਗੱਡੀ ਇੱਕਦਮ ਰੁਕਣੀ ਹੈ, ਗੱਡੀ ਨੇ ਇੱਕਦਮ ਜਦੋਂ ਬ੍ਰੇਕ ਮਾਰਨੀ ਹੈ, ਸਡਨ ਸਟੋਪ ਹੋਣਾ ਹੈ, ਉਦੋਂ ਜਿਹੜਾ ਹਾਰਮਫੁਲ ਇਫੈਕਟ ਪੈਦਾ ਹੋਣਾ ਹੈ ਉਸ ਮੂਵਮੈਂਟ ਦੇ ਨਾਲ, ਉਹਦੇ ਤੋਂ ਬਚਾਉਣ ਦੇ ਲਈ ਆਪਾਂ ਜਿਹੜੀ ਸੀਟ ਬੈਲਟ ਹੈ ਉਹਨੂੰ ਡਿਜ਼ਾਈਨ ਕੀਤਾ ਗਿਆ। ਸੀਟ ਬੈਲਟ ਕਿਉਂ ਲਗਾਈ ਗਈ ਹੈ? ਸੀਟ ਬੈਲਟ ਲਗਾਈ ਗਈ ਹੈ ਇੱਕਦਮ ਗੱਡੀ ਚਲਦੇ ਚਲਦੇ ਜਦੋਂ ਇੱਕਦਮ ਬ੍ਰੇਕ ਮਾਰੇ, ਇੱਕਦਮ ਗੱਡੀ ਜਦੋਂ ਰੁਕੇਗੀ, ਉਸ ਟਾਈਮ 'ਤੇ ਜਿਹੜਾ ਹਾਰਮਫੁਲ ਇਫੈਕਟ ਪੈਦਾ ਹੋਏਗਾ, ਉਸ ਹਾਰਮਫੁਲ ਇਫੈਕਟ ਤੋਂ ਬਚਣ ਦੇ ਲਈ ਆਪਾਂ ਕੀ ਕੀਤਾ, ਇੱਕ ਹਾਰਨੈਸ ਡਿਜ਼ਾਈਨ ਕਰ ਲਈ, ਉਹਨੂੰ ਅਸੀਂ ਕਹਿ ਦਿੱਤਾ ਸੀਟ ਬੈਲਟ। ਉਹਨੂੰ ਅਸੀਂ ਸੀਟ ਬੈਲਟ ਕਹਿ ਦਿੱਤਾ। ਸੋ ਸੀਟ ਬੈਲਟ ਨੂੰ ਆਪਾਂ ਸੇਫਟੀ ਬੈਲਟ ਵੀ ਕਹਿੰਦੇ ਹਾਂ। ਇਹ ਇੱਕ ਹਾਰਨੈਸ ਹੈ। ਇਹਨੂੰ ਡਿਜ਼ਾਈਨ ਕਾਹਦੇ ਵਾਸਤੇ ਕੀਤਾ ਗਿਆ? ਵੀ ਜਿਹੜਾ ਓਕਿਊਪੈਂਟ ਹੈ, ਜਿਹੜਾ ਗੱਡੀ ਦੇ ਅੰਦਰ ਬੈਠਾ ਹੈ, ਚਾਹੇ ਉਹ ਪੈਸੇਂਜਰ ਹੈ, ਚਾਹੇ ਉਹ ਡਰਾਈਵਰ ਹੈ, ਚਾਹੇ ਉਹ ਕੋਈ ਵੀ ਹੈ, ਉਹਨੂੰ ਬਚਾਉਣ ਦੇ ਲਈ। ਕਿਹਦੇ ਤੋਂ ਬਚਾਉਣ ਦੇ ਲਈ? ਵੀ ਜਦੋਂ ਵੀ ਆਪਾਂ ਇੱਕਦਮ ਬ੍ਰੇਕ ਮਾਰਾਂਗੇ, ਉਦੋਂ ਜਿਹੜਾ ਇੱਕਦਮ ਸਡਨ ਸਟੋਪ ਦੇ ਨਾਲ ਇੱਕ ਹਾਰਮਫੁਲ ਇਫੈਕਟ ਪੈਦਾ ਹੋਏਗਾ, ਉਹਦੇ ਤੋਂ ਬਚਾਉਣ ਦੇ ਲਈ। ਦੇ ਆਰ ਇੰਟੈਂਡਿਡ ਟੂ ਰਿਡਿਊਸ ਬਾਏ। ਇਹ ਕਾਹਦੇ ਵਾਸਤੇ ਯੂਜ਼ ਕੀਤੀ ਜਾਂਦੀ ਹੈ? ਕਿਹੜੀ ਚੀਜ਼ ਨੂੰ ਰਿਡਿਊਸ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ? ਨੰਬਰ 1 ਉਹਨਾਂ ਨੇ ਕਿਹਾ ਜੀ, ਸਟੋਪਿੰਗ ਦੀ ਵੀਰਰ ਫਰੋਮ ਹਿਟਿੰਗ ਹਾਰਡ ਇੰਟੀਰੀਅਰ ਐਲੀਮੈਂਟਸ ਆਫ ਦੀ ਵਹੀਕਲ। ਸਭ ਤੋਂ ਪਹਿਲੇ ਉਹਨਾਂ ਨੇ ਕੀ ਗੱਲ ਕਹੀ? ਵੀ ਸਟੋਪਿੰਗ ਦੀ ਵੀਰਰ। ਵੀਰਰ ਕੀ ਹੋਏਗਾ? ਜਿੰਨੇ ਬੈਲਟ ਪਾਈ ਹੈ ਉਹਨੂੰ ਅਸੀਂ ਕਹਿੰਦੇ ਹਾਂ ਵੀਅਰ ਅਰ। ਮਤਲਬ ਜਿਹਨੂੰ ਆਪਾਂ ਜਿੰਨੇ ਬੈਲਟ ਲਗਾਈ ਹੈ ਉਹਨੂੰ ਸਟੋਪ ਕਰਨਾ। ਕਾਹਦੇ ਤੋਂ ਸਟੋਪ ਕਰਨਾ? ਫਰੋਮ ਹਿਟਿੰਗ ਹਾਰਡ ਇੰਟੀਰੀਅਰ ਐਲੀਮੈਂਟਸ ਆਫ ਦੀ ਵਹੀਕਲ। ਵਹੀਕਲ ਦੇ ਅੰਦਰ ਜਿਹੜੇ ਹਾਰਡ ਇੰਟੀਰੀਅਰ ਐਲੀਮੈਂਟਸ ਨੇ ਉਹਨਾਂ ਤੋਂ ਬਚਾਉਣ ਦੇ ਲਈ, ਉਹਨਾਂ ਦੇ ਵਿੱਚ ਵੱਜਣ ਤੋਂ ਬਚਾਉਣ ਦੇ ਲਈ ਸੀਟ ਬੈਲਟ ਨੂੰ ਡਿਜ਼ਾਈਨ ਕੀਤਾ ਗਿਆ ਹੈ। ਵੀ ਜਿਹੜੇ ਬੰਦੇ ਨੇ ਸੀਟ ਬੈਲਟ ਪਾਈ ਹੋਏਗੀ, ਅੰਦਰ ਜਿਹੜੇ ਗੱਡੀ ਦੇ ਇੰਟੀਰੀਅਰ ਦੇ ਵਿੱਚ ਹਾਰਡ ਐਲੀਮੈਂਟਸ ਨੇ ਉਹਨਾਂ ਦੇ ਵਿੱਚੋਂ ਜਾ ਕੇ ਨਹੀਂ ਟਕਰਾਏਗਾ ਜਦੋਂ ਇੱਕਦਮ ਸਡਨ ਸਟੋਪੇਜ ਹੋਏਗੀ। ਜੇ ਉਹਨੇ ਸੀਟ ਬੈਲਟ ਨਾ ਪਾਈ ਹੋਈ, ਜਿੰਨੇ ਵੀ ਅੰਦਰ ਐਲੀਮੈਂਟਸ ਨੇ, ਚਾਹੇ ਉਹ ਸਟੇਅਰਿੰਗ ਹੈ, ਚਾਹੇ ਉਹ ਡੈਸ਼ਬੋਰਡ ਹੈ, ਚਾਹੇ ਉਹ ਦਰਵਾਜ਼ਾ ਹੈ, ਚਾਹੇ ਉਹ ਵਿੰਡੋ ਹੈ, ਚਾਹੇ ਉਹ ਸ਼ੀਸ਼ਾ ਹੈ, ਕੋਈ ਵੀ ਚੀਜ਼ ਹੈ, ਇੰਟੀਰੀਅਰ ਦਾ ਕੋਈ ਵੀ ਐਲੀਮੈਂਟ ਹੈ, ਚਾਹੇ ਉਹ ਗੇਅਰ ਲੀਵਰ ਹੈ, ਕੁਛ ਵੀ ਹੈ, ਉਹਦੇ ਵਿੱਚ ਜਾ ਕੇ ਪੈਸੇਂਜਰ ਜਾਂ ਡਰਾਈਵਰ ਵੱਜ ਸਕਦਾ ਹੈ ਜਦੋਂ ਇੱਕਦਮ ਗੱਡੀ ਰੁਕੇਗੀ। ਸੋ
ਪਹਿਲਾ ਬੈਨੀਫਿਟ ਕੀ ਹੋ ਗਿਆ ਵੀ ਜਿਹੜੇ ਬੰਦੇ ਨੇ ਬੈਲਟ ਪਾਈ ਹੋਏਗੀ ਉਹ ਅੰਦਰ ਜਿਹੜਾ ਇੰਟੀਰੀਅਰ ਹੈ ਗੱਡੀ ਦਾ ਉਹਨਾਂ ਦੇ ਜਿਹੜੇ ਹਾਰਡ ਐਲੀਮੈਂਟਸ ਨੇ ਉਹਨਾਂ ਦੇ ਵਿੱਚ ਵੱਜਣ ਤੋਂ ਬਚ ਜਾਏਗਾ। ਦੂਜਾ, ਸਟਾਪਿੰਗ ਦੀ ਵੀਰਰ ਫਰੋਮ ਹਿਟਿੰਗ ਅਦਰ ਪੈਸੇਂਜਰਸ, ਜਿਹੜੇ ਬੰਦੇ ਨੇ ਬੈਲਟ ਪਾਈ ਹੋਏਗੀ ਨਾ ਉਹ ਕਿਸੇ ਅਦਰ ਪੈਸੇਂਜਰ ਦੇ ਵਿੱਚ ਨਹੀਂ ਵੱਜੇਗਾ। ਮੰਨ ਲਓ ਪਿੱਛੇ ਕਾਰ 'ਚ 3 ਜਣੇ ਬੈਠੇ ਨੇ, 3 ਮੈਂਬਰਸ ਬੈਠੇ ਨੇ, ਉਹ ਤਿੰਨਾਂ ਨੇ ਆਪਣੀ ਆਪਣੀ ਰੀਅਰ ਸੀਟ ਬੈਲਟ ਲਗਾਈ ਹੋਈ ਹੈ। ਉਹ ਰੀਅਰ ਸੀਟ ਬੈਲਟ ਦੇ ਵਿੱਚ ਗੱਡੀ ਨੂੰ ਆਪਾਂ ਜੇ ਇੱਕਦਮ ਰੋਕਦੇ ਹਾਂ ਜਾਂ ਗੱਡੀ ਦਾ ਐਕਸੀਡੈਂਟ ਹੁੰਦਾ ਹੈ, ਉਹ ਆਪਸ ਦੇ ਵਿੱਚ ਉਹ ਟਕਰਾਉਣਗੇ ਨਹੀਂ। ਇੱਕ ਤੇ ਉਹ ਗੱਡੀ ਦਾ ਜਿਹੜਾ ਇੰਟੀਰੀਅਰ ਹੈ ਉਹਦੇ ਨਾਲ ਵੀ ਨਹੀਂ ਟਕਰਾਉਣਗੇ। ਦੂਜੇ ਪੁਆਇੰਟ 'ਚ ਉਹਨਾਂ ਨੇ ਕੀ ਕਹਿਤਾ, ਜਿਹੜੇ ਪੈਸੇਂਜਰਸ ਨੇ ਉਹ ਆਪਸ 'ਚ ਵੀ ਨਹੀਂ ਟਕਰਾਉਣਗੇ। ਇਹ ਨਹੀਂ ਵੀ ਇੱਕਦਮ ਆਪਾਂ ਗੱਡੀ ਦਾ ਐਕਸੀਡੈਂਟ ਹੋਇਆ, ਗੱਡੀ ਇੱਕਦਮ ਰੋਕੀ, ਜਿਹੜਾ ਪਿੱਛੇ ਵਾਲਾ ਪੈਸੇਂਜਰ ਬੈਠਾ ਸੀਗਾ ਉਹ ਅੱਗੇ ਆ ਕੇ ਵੱਜਾ, ਅਗਲੇ ਪੈਸੇਂਜਰ 'ਚ ਆ ਕੇ ਵੱਜਾ, ਐਦਾਂ ਨਹੀਂ ਹੋਏਗਾ। ਕਿਉਂ ਨਹੀਂ ਐਦਾਂ ਹੋਏਗਾ? ਕਿਉਂਕਿ ਜੇ ਉਹਨੇ ਸੀਟ ਬੈਲਟ ਪਾਈ ਹੋਏਗੀ, ਜਾਂ ਜਿਹੜਾ ਅੱਗੇ ਡਰਾਈਵਰ ਡਰਾਈਵ ਕਰਦਾ ਪਿਆ ਜੇ ਉਹਨੇ ਸੀਟ ਬੈਲਟ ਪਾਈ ਹੋਈ ਹੈ ਤੇ ਉਹ ਵੀ ਐਦਾਂ ਇੰਟੀਰੀਅਰ ਦੇ ਵਿੱਚ, ਗੱਡੀ ਦੇ ਇੰਟੀਰੀਅਰ ਦੇ ਵਿੱਚ ਨਹੀਂ ਵੱਜੇਗਾ। ਜੇ ਐਦਾਂ ਰੀਅਰ ਤੇ ਵੀ ਸੀਟ ਬੈਲਟ ਆਉਂਦੀ ਹੈ, ਰੀਅਰ ਵਾਸਤੇ ਪੈਸੇਂਜਰਸ ਵਾਸਤੇ ਵੀ ਸੀਟ ਬੈਲਟ ਪਾਣੀ ਕਈ ਵਾਰ ਜ਼ਰੂਰੀ ਹੈ। ਕਿਉਂਕਿ ਕਈ ਵਾਰ ਰੀਅਰ ਵਾਲੇ ਪੈਸੇਂਜਰ ਕੀ ਹੁੰਦੇ ਨੇ, ਫਰੰਟ ਵਾਲੇ ਪੈਸੇਂਜਰ ਜਿਹੜੇ ਨੇ ਸੀਟ ਬੈਲਟ ਕਾਰਨ ਬਚ ਜਾਂਦੇ ਨੇ, ਤੇ ਰੀਅਰ ਵਾਲੇ ਜਿਹੜੇ ਪੈਸੇਂਜਰਸ ਨੇ ਉਹ ਐਦਾਂ ਦੇ ਕੇਸਿਸ ਦੇ ਵਿੱਚ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਨੇ। ਫੋਰ ਐਗਜ਼ਾਮਪਲ, ਇੱਕ ਸਾਡਾ ਕੋਮੇਡੀਅਨ ਸੀਗੇ ਪੰਜਾਬੀ ਦੇ, ਜਸਪਾਲ ਭੱਟੀ, ਉਹਨਾਂ ਦਾ ਐਕਸੀਡੈਂਟ ਵੀ ਇੱਦਾਂ ਹੀ ਹੋਇਆ ਸੀਗਾ। ਉਹ ਰੀਅਰ ਸੀਟ ਤੇ ਬੈਠੇ ਸੀਗੇ, ਉਹਨਾਂ ਨੇ ਸੀਟ ਬੈਲਟ ਨਹੀਂ ਸੀ ਲਗਾਈ ਰੀਅਰ ਵਾਲੀ। ਹੁਣ ਰੀਅਰ ਵਾਲੀ ਜਦੋਂ ਸੀਟ ਬੈਲਟ ਨਹੀਂ ਸੀ ਲਗਾਈ, ਗੱਡੀ ਦਾ ਐਕਸੀਡੈਂਟ ਹੋਇਆ, ਉਸ ਟਾਈਮ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਡਿਊਰਿੰਗ ਦੀ ਐਕਸੀਡੈਂਟ। ਇਸ ਕਰਕੇ ਜਿਹੜੀ ਰੀਅਰ ਵਾਲੀ ਸੀਟ ਬੈਲਟ ਹੈ ਉਹਦਾ ਵੀ ਉਨਾ ਹੀ ਇੰਪੋਰਟੈਂਸ ਹੈ ਜਿੰਨਾ ਫਰੰਟ ਵਾਲੀ ਸੀਟ ਬੈਲਟ ਦਾ ਹੈ। ਨੈਕਸਟ, ਪ੍ਰੀਵੈਂਟਿੰਗ ਦੀ ਵੀਅਰਰ ਫਰੋਮ ਬੀਇੰਗ ਥਰੋਨ ਫਰੋਮ ਦੀ ਵਹੀਕਲ। ਜਿਹੜਾ ਵੀਅਰਰ ਹੈ ਉਹਨੂੰ ਕਾਹਦੇ ਤੋਂ ਬਚਾਉਣਾ, ਵੀ ਕਿਤੇ ਉਹ ਗੱਡੀ 'ਚੋਂ ਹੀ ਨਾ ਬਾਹਰ ਚਲਾ ਜਾਵੇ। ਇੱਕਦਮ ਜਦੋਂ ਐਕਸੀਡੈਂਟ ਹੋਵੇ, ਉਹ ਆਪਣੀ ਸੀਟ ਤੋਂ ਉੱਠ ਕੇ, ਮੰਨ ਲਓ ਦਰਵਾਜ਼ਾ ਪੱਟਿਆ ਗਿਆ ਐਕਸੀਡੈਂਟ ਦੇ ਵਿੱਚ ਜਾਂ ਕੋਈ ਹੋਰ ਚੀਜ਼ ਹੋ ਗਈ, ਐਕਸੀਡੈਂਟ ਜ਼ਿਆਦਾ ਸੀਗਾ, ਦਰਵਾਜ਼ਾ ਹੀ ਲੱਥ ਗਿਆ ਨਾਲੋਂ, ਤੇ ਜਿਹੜਾ ਪੈਸੇਂਜਰ ਹੈ ਉਹ ਆਪਣੀ ਸੀਟ ਤੇ ਬੈਠਾ ਰਵੇ, ਬੈਲਟ ਉਹਨੂੰ ਬੰਨ੍ਹ ਕੇ ਰੱਖੇ ਆਪਣੀ ਸੀਟ ਤੇ, ਉਹ ਗੱਡੀ ਦੇ ਵਿੱਚੋਂ ਬਾਹਰ ਨਾ ਜਾ ਸਕੇ, ਉਹਦੇ ਤੋਂ ਉਹਨੂੰ ਪ੍ਰੀਵੈਂਟ ਕਰਨਾ, ਇਹ ਵੀ ਸੀਟ ਬੈਲਟ ਦਾ ਕੰਮ ਹੈ। ਵੀ ਪ੍ਰੀਵੈਂਟਿੰਗ ਦੀ ਵੀਅਰਰ, ਜਿਹੜਾ ਵੀਅਰਰ ਹੈ ਜਿਹਨੇ ਸੀਟ ਬੈਲਟ ਪਾਈ ਹੈ ਉਹਨੂੰ ਬਚਾ ਕੇ ਰੱਖਣਾ। ਕਿਹਦੇ ਤੋਂ ਬਚਾ ਕੇ ਰੱਖਣਾ? ਤਾਂ ਜੋ ਗੱਡੀ ਦੇ ਵਿੱਚੋਂ ਹੀ ਬਾਹਰ ਨਾ ਚਲਾ ਜਾਵੇ, ਗੱਡੀ 'ਚੋਂ ਬਾਹਰ ਹੀ ਨਾ ਡਿੱਗ ਪਵੇ। ਇੰਨਾ ਜ਼ਿਆਦਾ ਐਕਸੀਡੈਂਟ ਜਦੋਂ ਹੁੰਦਾ, ਇੰਨਾ ਜ਼ਿਆਦਾ ਜਦੋਂ ਡੇਂਜਰਸ ਐਕਸੀਡੈਂਟ ਹੁੰਦਾ, ਕਈ ਵਾਰ ਪੈਸੇਂਜਰ ਆਪਣਾ ਜਿਹੜਾ ਡਰਾਈਵਰ ਵਗੈਰਾ ਜਾਂ ਪੈਸੇਂਜਰਸ ਵਗੈਰਾ ਨੇ ਉਹ ਗੱਡੀ 'ਚੋਂ ਬਾਹਰ ਨਿਕਲ ਜਾਂਦੇ ਨੇ। ਠੀਕ ਹੈ, ਸੋ 3 ਬੈਨੀਫਿਟ ਹੋ ਗਏ ਕਿ ਇੱਕ ਤੇ ਜਿਹੜੇ ਇੰਟੀਰੀਅਰ ਐਲੀਮੈਂਟਸ ਨੇ ਉਹਨਾਂ ਦੇ ਨਾਲ ਨਾ ਟਕਰਾ ਸਕੇ ਆਪਣਾ ਪੈਸੇਂਜਰ ਜਾਂ ਡਰਾਈਵਰ। ਦੂਜਾ ਕੀ ਆ ਗਿਆ, ਜਿੰਨੇ ਵੀ ਵੀਅਰ ਕੀਤੀ ਹੈ ਸੀਟ ਬੈਲਟ ਉਹ ਦੂਜੇ ਪੈਸੇਂਜਰ ਦੇ ਵਿੱਚ ਵੱਜਣ ਤੋਂ ਬਚ ਜਾਵੇ। ਤੀਜਾ, ਜਿਹੜਾ ਵੀ ਵੀਅਰਰ ਹੈ ਉਹ ਗੱਡੀ ਦੇ ਵਿੱਚ ਜਦੋਂ ਵੀ ਐਕਸੀਡੈਂਟ ਹੁੰਦਾ ਉਹ ਗੱਡੀ 'ਚ ਬੈਠਾ ਰਵੇ, ਗੱਡੀ 'ਚੋਂ ਬਾਹਰ ਨਾ ਨਿਕਲ ਜਾਵੇ। ਉਹ 3 ਚੀਜ਼ਾਂ ਤੋਂ ਸੀਟ ਬੈਲਟ ਬਚਾਉਂਦੀ ਹੈ। ਅੰਦਰ ਜਿਹੜੇ ਇੰਸਟਰੂਮੈਂਟ ਲੱਗੇ ਨੇ ਜਾਂ ਜਿਹੜੇ ਇੰਟੀਰੀਅਰ ਉਹਨਾਂ 'ਚ ਵੱਜਣ ਤੋਂ। ਦੂਜਾ, ਪੈਸੇਂਜਰਸ ਦੇ ਵਿੱਚ ਆਪਸ 'ਚ ਟਕਰਾਉਣ ਤੋਂ। ਤੀਜਾ, ਗੱਡੀ 'ਚੋਂ ਬੰਦਾ ਬਾਹਰ ਨਾ ਨਿਕਲ ਜਾਵੇ। ਹੁਣ ਆਪਾਂ ਗੱਲ ਕਰਦੇ ਹਾਂ ਟਾਈਪਸ ਆਫ ਸੀਟ ਬੈਲਟ ਦੀ, ਵੀ ਸੀਟ ਬੈਲਟ ਦੀਆਂ ਟਾਈਪਸ ਕਿਹੜੀਆਂ ਕਿਹੜੀਆਂ ਨੇ। ਅਲੱਗ-ਅਲੱਗ ਟਾਈਪ ਦੀਆਂ ਸੀਟ ਬੈਲਟ ਆਉਂਦੀਆਂ ਨੇ, ਤੁਸੀਂ 3-4 ਹੀ ਦੇਖੀਆਂ ਹੋਣਗੀਆਂ, ਬਟ ਸੀਟ ਬੈਲਟ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਆਉਂਦੀਆਂ ਨੇ। ਹੁਣ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸੀਟ ਬੈਲਟ ਨੇ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਸੀਟ ਬੈਲਟ ਹੈ ਉਹ ਹੈ ਜੀ ਲੈਪ ਟਾਈਪ। ਲੈਪ, ਤੁਸੀਂ ਜਦੋਂ ਡਰਾਇੰਗ ਪੜ੍ਹੀ ਹੋਏਗੀ ਉਹਦੇ ਵਿੱਚ ਪੜ੍ਹਿਆ ਹੋਏਗਾ ਲੈਪ ਜੁਆਇੰਟ, ਬੱਟ ਜੁਆਇੰਟ, ਰਿਵਟ ਦੇ ਵਿੱਚ ਪੜ੍ਹਿਆ ਹੋਏਗਾ। ਲੈਪ ਅਸੀਂ ਕਿਹਨੂੰ ਕਹਿੰਦੇ ਆ? ਜਦੋਂ ਇੱਕ ਚੀਜ਼ ਦੂਜੀ ਚੀਜ਼ ਨੂੰ ਓਵਰਲੈਪ ਕਰ ਜਾਂਦੀ ਹੈ ਉਹਨੂੰ ਅਸੀਂ ਲੈਪ ਟਾਈਪ ਸੀਟ ਬੈਲਟ ਕਹਿੰਦੇ ਆ। ਲੈਪ ਟਾਈਪ ਸੀਟ ਬੈਲਟ ਕੀ ਹੈ? ਇਹ ਦੇਖੋ, ਜਿੱਦਾਂ ਤੁਸੀਂ ਇੱਕ ਫੋਟੋ 'ਚ ਦੇਖਦੇ ਪਏ ਹੋ, ਇੱਕ ਪੈਸੇਂਜਰ ਬੈਠਾ, ਉਹਦੇ ਇੱਕ ਲੈਪ ਤੋਂ ਮਤਲਬ ਕਮਰ ਤੋਂ, ਵੇਸਟ ਤੋਂ, ਜਿੱਥੇ ਅਸੀਂ ਆਪਣੀ ਬੈਲਟ ਬੰਨ੍ਹਦੇ ਹਾਂ ਪੈਂਟ ਦੇ ਨਾਲ, ਉਸ ਜਗ੍ਹਾ ਤੋਂ ਇੱਕ ਬੈਲਟ ਪਾਸ ਕਰਦੀ ਪਈ ਹੈ, ਉਹਨੂੰ ਅਸੀਂ ਕਹਿੰਦੇ ਹਾਂ ਲੈਪ ਟਾਈਪ ਸੀਟ ਬੈਲਟ। ਠੀਕ ਹੈ ਜੀ। ਇਹਦੇ 'ਚੋਂ ਕੀ ਕਹਿੰਦੇ ਨੇ, ਲੈਪ ਟਾਈਪ ਸੀਟ ਬੈਲਟ ਦੇ ਵਿੱਚ ਐਡਜਸਟੇਬਲ ਸਟਰੈਪ ਦੈਟ ਗੋਜ਼ ਓਵਰ ਦੀ ਵੇਸਟ। ਇੱਕ ਸਟਰੈਪ ਹੋਏਗਾ ਜਿਹੜਾ ਐਡਜਸਟੇਬਲ ਹੋਏਗਾ, ਜਿਹਨੂੰ ਅਸੀਂ ਛੋਟਾ ਵੱਡਾ ਕਰ ਸਕਦੇ ਹਾਂ, ਉਹ ਤੁਹਾਡੀ ਵੇਸਟ ਦੇ ਉੱਪਰੋਂ, ਕਮਰ ਦੇ ਉੱਪਰੋਂ ਪਾਸ ਕਰੇਗਾ, ਤੇ ਉਹਨੂੰ ਅਸੀਂ ਕਹਾਂਗੇ ਲੈਪ ਟਾਈਪ ਸੀਟ ਬੈਲਟ। ਇਟ ਇਜ਼ ਨੋਟ ਕੋਮਨ ਇਨ ਵਹੀਕਲਸ ਐਕਸੈਪਟ ਇਨ ਸਮ ਰੀਅਰ ਮਿਡਲ ਸੀਟਸ। ਕਹਿੰਦੇ ਇਹ ਗੱਡੀਆਂ ਦੇ ਵਿੱਚ ਕੋਮਨ ਨਹੀਂ ਹੈ, ਇਹਨੂੰ ਗੱਡੀਆਂ 'ਚ ਯੂਜ਼ ਨਹੀਂ ਕੀਤਾ ਜਾਂਦਾ, ਬਟ ਗੱਡੀਆਂ ਦੇ ਵਿੱਚ ਜਿਹੜੀ ਪਿੱਛੇ ਵਾਲੀ ਸੀਟ ਹੈ ਨਾ, ਪਿੱਛੇ ਵਾਲੀ ਸੈਂਟਰ ਵਾਲੀ ਸੀਟ ਹੈ, ਰੀਅਰ ਮਿਡਲ ਸੀਟ ਜਿੱਥੇ ਪੈਸੇਂਜਰ ਬੈਠਦਾ, ਉੱਥੇ ਹਜੇ ਵੀ ਲੈਪ ਟਾਈਪ ਸੀਟ ਬੈਲਟ ਆਪਾਂ ਯੂਜ਼ ਕਰਦੇ ਹਾਂ। ਤੁਸੀਂ ਦੇਖ ਲਿਓ ਆਪਣੀ ਕਾਰ ਦੇ ਵਿੱਚ ਜਿਹੜੀ ਪਿੱਛੇ ਵਾਲੀ ਸੀਟ ਹੋਏਗੀ, ਪਿੱਛੇ ਵਾਲੀ ਸੀਟ ਦੇ ਉੱਤੇ ਜਿਹੜੀ ਸੀਟ ਬੈਲਟ ਹੋਏਗੀ ਉਹ ਇਹੀ ਵਾਲੀ ਹੋਏਗੀ, ਲੈਪ ਵਾਲੀ ਸੀਟ ਬੈਲਟ ਹੋਏਗੀ। ਜਿਨ੍ਹਾਂ ਗੱਡੀਆਂ ਦੇ ਵਿੱਚ ਪਿਛਲੀ ਸੀਟ ਤੇ ਸੀਟ ਬੈਲਟ ਲੱਗੀ ਹੋਏਗੀ ਉਹ ਲੈਪ ਟਾਈਪ ਲੱਗੀ ਹੋਏਗੀ। ਮਤਲਬ ਸਿੰਪਲ ਦੋ
ਲੈਪਸ ਹੋਣਗੇ, 2 ਸਟ੍ਰੈਪਸ ਹੋਣਗੇ, 2 ਤਣੀਆਂ ਹੋਣਗੀਆਂ, ਉਹਨੂੰ ਅਸੀਂ ਉਹ ਜਿਹੜੀ ਐਡਜਸਟੇਬਲ ਹੋਣਗੀਆਂ ਤੇ ਜਿਹਨੂੰ ਅਸੀਂ ਆਮ ਆਪਣੀ ਕਮਰ ਦੇ ਅਰਾਊਂਡ ਬੰਨ ਲਵਾਂਗੇ। ਪੈਸੇਂਜਰਸ 에ਅਰਕ੍ਰਾਫਟ ਸੀਟ ਆਲਸੋ ਯੂਜ਼ ਲੈਪ ਸੀਟ ਬੈਲਟ। ਜਿਹੜੀਆਂ ਆਪਣੇ ਜਹਾਜ਼ਾਂ ਦੇ ਵਿੱਚ, ਐਰੋਪਲੇਨਸ ਦੇ ਵਿੱਚ ਜਿਹੜੀ ਆਪਾਂ ਸੀਟ ਬੈਲਟ ਦੇਖਦੇ ਹਾਂ, ਉਹ ਲੈਪ ਟਾਈਪ ਸੀਟ ਬੈਲਟ ਹੁੰਦੀ ਹੈ। ਜਿਨ੍ਹਾਂ ਨੇ ਟਰੈਵਲ ਕੀਤਾ ਹੋਏਗਾ ਉਹਨਾਂ ਨੇ ਦੇਖਿਆ ਹੀ ਹੋਏਗਾ, ਉਹਨਾਂ ਨੂੰ ਪਤਾ ਹੀ ਹੋਏਗਾ ਵੀ ਉਹਨਾਂ 'ਚ ਜਿਹੜੀ ਸੀਟ ਬੈਲਟ ਹੁੰਦੀ ਹੈ ਉਹ ਲੈਪ ਟਾਈਪ ਹੁੰਦੀ ਹੈ। ਮਤਲਬ ਇੱਕ ਸਿੰਪਲ ਸਟਰੈਪ ਹੈ ਜਿਹੜਾ ਸਿਰਫ ਸਾਡੇ ਲੋਅਰ ਪੋਰਸ਼ਨ ਨੂੰ, ਸਾਡੀ ਵੇਸਟ ਨੂੰ ਕਵਰ ਕਰਦਾ ਹੈ, ਅਤੇ ਉਹਦੇ 'ਤੇ ਆਪਾਂ ਉਹਨੂੰ, ਉਹ ਐਡਜਸਟੇਬਲ ਹੈ, ਉਹਨੂੰ ਅਸੀਂ ਖੁੱਲ੍ਹਾ ਟਾਈਟ ਕਰ ਸਕਦੇ ਹਾਂ। ਅਤੇ ਇਹਦਾ ਮਤਲਬ ਜਿਹੜੀ ਐਰੋਪਲੇਨ ਦੇ ਵਿੱਚ, ਜਹਾਜ਼ਾਂ ਦੇ ਵਿੱਚ ਸੀਟ ਬੈਲਟ ਯੂਜ਼ ਹੁੰਦੀ ਪਈ ਹੈ ਉਹ ਹੈ ਜੀ ਲੈਪ ਟਾਈਪ ਸੀਟ ਬੈਲਟ। ਗੱਡੀਆਂ ਦੇ ਵਿੱਚ ਆਪਾਂ ਇਹਨੂੰ ਯੂਜ਼ ਨਹੀਂ ਕਰਦੇ। ਗੱਡੀਆਂ 'ਚ ਜੇ ਯੂਜ਼ ਹੋਏਗੀ ਤੇ ਸਿਰਫ ਰੀਅਰ ਮਿਡਲ ਸੀਟ 'ਤੇ ਹੋਏਗੀ ਜਿੱਥੇ ਪੈਸੇਂਜਰ ਬੈਠਦੇ ਨੇ। ਸੋ ਇਹ ਸੀਗੀ ਪਹਿਲੀ ਟਾਈਪ ਲੈਪ ਟਾਈਪ ਸੀਟ ਬੈਲਟ। ਹੁਣ ਅਸੀਂ ਦੂਜੀ ਟਾਈਪ ਦੀ ਗੱਲ ਕਰਦੇ ਹਾਂ। ਦੂਜੀ ਟਾਈਪ ਹੈ ਜੀ 2 ਪੁਆਇੰਟ ਸੀਟ ਬੈਲਟ। ਇਹ ਵੀ ਯੂਜ਼ ਨਹੀਂ ਹੁੰਦੀ ਅੱਜ ਕੱਲ੍ਹ, ਫਿਰ ਵੀ ਆਪਾਂ ਸਟੱਡੀ ਕਰਦੇ ਹਾਂ ਇਹਦੇ ਬਾਰੇ। 2 ਪੁਆਇੰਟ ਸੀਟ ਬੈਲਟ ਕੀ ਮਤਲਬ ਹੈ? 2 ਪੁਆਇੰਟ ਦਾ ਮਤਲਬ ਕੀ ਹੈ? ਇਹ ਦੇਖੋ, ਇਸ ਸੀਟ ਬੈਲਟ ਦੇ ਵਿੱਚ ਇੱਕ ਪੁਆਇੰਟ ਹੈ ਵੇ, ਦੂਜਾ ਪੁਆਇੰਟ ਹੈ ਵੇ, ਠੀਕ ਹੈ। ਜਿਹੜੀ ਸੀਟ ਬੈਲਟ ਹੈ ਉਹਨੂੰ 2 ਜਗ੍ਹਾ ਤੇ ਫਿਕਸ ਕੀਤਾ ਹੋਇਆ, ਇੱਕ ਪੁਆਇੰਟ ਤੇ ਦੂਜੇ ਪੁਆਇੰਟ ਤੇ। ਇਹਨੂੰ ਅਸੀਂ ਕਹਿੰਦੇ ਹਾਂ 2 ਪੁਆਇੰਟ ਸੀਟ ਬੈਲਟ। ਐਦਾਂ ਹੀ ਜਿਹੜੀ ਅੱਜ ਕੱਲ੍ਹ ਆਪਾਂ ਯੂਜ਼ ਕਰਦੇ ਪਏ ਹਾਂ ਉਹ 3 ਪੁਆਇੰਟ ਸੀਟ ਬੈਲਟ ਹੈ। ਉਹਦੇ ਬਾਰੇ ਅਸੀਂ ਅੱਗੇ ਸਟੱਡੀ ਕਰਾਂਗੇ। ਪਹਿਲੇ ਆਪਾਂ ਗੱਲ ਕਰਦੇ ਹਾਂ 2 ਪੁਆਇੰਟ ਸੀਟ ਬੈਲਟ ਕਿਹੜੀ ਹੈ। ਇਟ ਇਜ਼ ਏ ਰਿਸਟ੍ਰੇਂਟ ਸਿਸਟਮ ਵਿਦ 2 ਅਟੈਚਮੈਂਟ ਪੁਆਇੰਟਸ। ਇਹ ਕਹਿੰਦੇ ਇੱਕ ਐਦਾਂ ਦਾ ਸੀਟ ਬੈਲਟ ਹੈ ਜਿਹਦੇ ਵਿੱਚ ਅਟੈਚਮੈਂਟ ਦੇ 2 ਪੁਆਇੰਟ ਨੇ, ਸਿਰਫ 2 ਪੁਆਇੰਟ ਉਹ ਤੁਹਾਨੂੰ ਦਿਖਾਤੇ, ਇੱਕ ਲੈਫਟ ਸਾਈਡ ਤੇ ਵੇ, ਇੱਕ ਰਾਈਟ ਸਾਈਡ ਤੇ ਵੇ। ਇਹ ਲੈਪ ਬੈਲਟ ਔਰ ਡਾਇਗਨਲ ਬੈਲਟ ਗੋਸ ਓਵਰ ਦੀ ਵੇਸਟ। ਕਹਿੰਦੇ ਜਾਂ ਤਾਂ ਲੈਪ ਬੈਲਟ ਹੋਏਗੀ ਜਾਂ ਡਾਇਗਨਲ ਬੈਲਟ ਹੋਏਗੀ। ਡਾਇਗਨਲ ਬੈਲਟ ਕਿਹੜੀ ਹੁੰਦੀ ਹੈ? ਜਿਹੜੀ ਸਾਡੇ ਕਮਰ ਦੇ, ਜਿਹੜੀ ਸਾਡੇ ਸ਼ੋਲਡਰ ਦੇ ਉੱਤੋਂ ਨਿਕਲ ਕੇ ਨੀਚੇ ਕਮਰ ਵਾਲੀ ਸਾਈਡ ਤੇ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡਾਇਗਨਲ ਬੈਲਟ। ਉਹਨੂੰ ਅਸੀਂ ਸੈਸ਼ ਵੀ ਕਹਿੰਦੇ ਹਾਂ। ਸੈਸ਼ ਤੁਹਾਨੂੰ ਅੱਗੇ ਮੈਂ ਦਿਖਾਉਣਾ ਕਿੱਦਾਂ ਦਾ ਹੁੰਦਾ ਹੈ। ਸੋ ਇਹ ਕੀ ਹੈ? ਇਹ ਵੀ ਕਿ ਰੈਸਟ੍ਰੇਂਟ ਸਿਸਟਮ ਹੈ ਜਿਹਦੇ 'ਚ 2 ਅਟੈਚਮੈਂਟਸ ਨੇ। ਅਟੈਚਮੈਂਟ ਦੇ 2 ਪੁਆਇੰਟ ਨੇ, ਉਹ ਤੁਹਾਨੂੰ ਦਿਖਾਤੇ। ਇੱਕ ਅਟੈਚਮੈਂਟ ਦਾ ਪੁਆਇੰਟ ਹੈ ਰਿਹਾ ਜੀ ਲੈਫਟ ਸਾਈਡ ਤੇ, ਦੂਜਾ ਪੁਆਇੰਟ ਰਾਈਟ ਸਾਈਡ ਤੇ ਰਿਹਾ ਜੀ। ਉਹਦੇ ਵਿੱਚ ਜਿਹੜੀ ਬੈਲਟ ਲੱਗੀ ਹੋਏਗੀ ਉਹ ਜਾਂ ਤਾਂ ਲੈਪ ਬੈਲਟ ਹੋਏਗੀ ਜਾਂ ਫਿਰ ਉਹ ਕਿਹੜੀ ਹੋਏਗੀ? ਡਾਇਗਨਲ ਬੈਲਟ ਹੋਏਗੀ, ਜਿਹੜੀ ਸਾਡੀ ਵੇਸਟ ਦੇ ਉੱਤੋਂ ਪਾਸ ਕਰੇਗੀ। ਇਟ ਇਜ਼ ਆਲਸੋ ਨੋਟ ਕਾਮਨ ਇਨ ਵਹੀਕਲਸ ਐਕਸੈਪਟ ਇਨ ਸਮ ਰੀਅਰ ਮਿਡਲ ਸੀਟਸ। ਕਹਿੰਦੇ ਇਹ ਵੀ ਵਹੀਕਲਸ ਦੇ ਵਿੱਚ ਆਪਾਂ ਯੂਜ਼ ਨਹੀਂ ਕਰਦੇ, ਬਟ ਜਿਨ੍ਹਾਂ ਵਹੀਕਲਸ 'ਚ ਆਪਾਂ ਯੂਜ਼ ਕਰਦੇ ਹਾਂ, ਜਿਨ੍ਹਾਂ ਵਹੀਕਲਸ 'ਚ ਲੱਗੀ ਹੁੰਦੀ ਹੈ, ਉਹਨਾਂ 'ਚ ਸਿਰਫ ਤੇ ਸਿਰਫ ਰੀਅਰ ਮਿਡਲ ਸੀਟ, ਜਿਹੜੀ ਸੈਂਟਰ ਵਾਲੀ ਮਿਡਲ ਸੀਟ ਹੈ, ਉਹਦੇ 'ਤੇ ਹੀ ਲੱਗੀ ਹੋਏਗੀ 2 ਪੁਆਇੰਟ ਸੀਟ ਬੈਲਟ। ਉਹਨੂੰ ਅਸੀਂ ਕਿਤੇ ਹੋਰ ਨਹੀਂ ਲਗਾਵਾਂਗੇ। ਇਹ ਸੀਗਾ 2 ਪੁਆਇੰਟ ਸੀਟ ਬੈਲਟ। ਪਹਿਲੇ ਆਪਾਂ ਪੜ੍ਹਿਆ ਸੀਗਾ ਲੈਪ, ਤੇ ਦੂਜਾ ਅਸੀਂ ਪੜ੍ਹਿਆ 2 ਪੁਆਇੰਟ। ਲੈਪ ਤੇ 2 ਪੁਆਇੰਟ ਅਪਰੋਕਸੀਮੇਟਲੀ ਸੇਮ ਨੇ, ਬਟ ਜਿਹੜੀ 2 ਪੁਆਇੰਟ ਹੈ ਇਹਦੇ ਵਿੱਚ ਜ਼ਰੂਰੀ ਨਹੀਂ ਹੈ ਲੈਪ ਟਾਈਪ ਹੋਏਗੀ, ਇਹ ਡਾਇਗਨਲ ਟਾਈਪ ਵੀ ਹੋ ਸਕਦੀ ਹੈ। ਬਟ 2 ਪੁਆਇੰਟ ਦਾ ਮਤਲਬ ਕੀ ਹੋ ਗਿਆ? ਉਹਦੇ ਜਿਹੜੇ ਅਟੈਚ ਹੋਣ ਦੇ ਪੁਆਇੰਟ ਸੀਗੇ ਉਹ 2 ਸੀਗੇ, ਉਹ ਤੁਹਾਨੂੰ ਦਿਖਾ ਦਿੱਤੇ ਨੇ। 2 ਪੁਆਇੰਟ ਸੀਟ ਬੈਲਟ ਤੋਂ ਬਾਅਦ ਆ ਗਿਆ ਜੀ ਸੈਸ਼ ਟਾਈਪ। ਸੈਸ਼ ਅਸੀਂ ਕਿਹਨੂੰ ਕਹਿੰਦੇ ਹਾਂ? ਤੁਸੀਂ ਦੇਖਿਆ ਹੋਏਗਾ ਜਦੋਂ ਵੀ ਸਕੂਲਾਂ ਦੇ ਵਿੱਚ ਜਾਂ ਕਾਲਜਿਸ ਦੇ ਵਿੱਚ ਫੇਅਰਵੈਲ ਪਾਰਟੀ ਜਾਂ ਫਰੈਸ਼ਰ ਪਾਰਟੀ ਹੁੰਦੀ ਹੈ, ਜਾਂ ਅੱਜ ਕੱਲ੍ਹ ਬਰਥਡੇ ਵਗੈਰਾ 'ਤੇ ਗਲੇ ਦੇ ਵਿੱਚ ਇੱਕ ਸੈਸ਼ ਪਾਉਂਦੇ ਨੇ ਇਸ ਤਰ੍ਹਾਂ ਦਾ, ਜਿਹੜਾ ਬਲੈਕ ਕਲਰ ਦਾ, ਉਹਨੂੰ ਅਸੀਂ ਸੈਸ਼ ਕਹਿੰਦੇ ਹਾਂ, ਜਿਹਦੇ 'ਤੇ ਹੈਪੀ ਬਰਥਡੇ ਮਿਸ ਫਰੈਸ਼ਰ, ਮਿਸਟਰ ਫਰੈਸ਼ਰ ਜਾਂ ਇੱਦਾਂ ਕੁਛ ਲਿਖਿਆ ਹੁੰਦਾ ਹੈ, ਉਸ ਚੀਜ਼ ਨੂੰ ਅਸੀਂ ਸੈਸ਼ ਕਹਿੰਦੇ ਹਾਂ। ਸੋ ਸੈਸ਼ ਟਾਈਪ ਕਿੱਦਾਂ? ਇਟ ਹੈਜ਼ ਐਨ ਐਡਜਸਟੇਬਲ ਸਟਰੈਪ ਦੈਟ ਗੋਸ ਓਵਰ ਦੀ ਸ਼ੋਲਡਰ। ਕਹਿੰਦੇ ਇਹਦੇ 'ਚ ਇੱਕ ਐਡਜਸਟੇਬਲ ਸਟਰੈਪ ਹੋਏਗਾ ਜਿਹੜਾ ਸਾਡੇ ਸ਼ੋਲਡਰ ਦੇ ਉੱਪਰੋਂ ਦੀ ਪਾਸ ਕਰੇਗਾ। ਇਟਸ ਯੂਜ਼ ਇਜ਼ ਆਲਸੋ ਲਿਮਟਿਡ। ਇਹਦਾ ਜਿਹੜਾ ਯੂਜ਼ ਹੈ ਉਹ ਵੀ ਬੜਾ ਲਿਮਟਿਡ ਹੈ। ਕਿਉਂ ਲਿਮਟਿਡ ਹੈ? ਬਿਕੋਜ਼ ਇਟ ਇਜ਼ ਵੈਰੀ ਈਜ਼ੀ ਟੂ ਸਲਿਪ ਆਊਟ ਇਨ ਏ ਕਲੀਜਨ। ਜਦੋਂ ਕੋਈ ਵੀ ਐਕਸੀਡੈਂਟ ਹੋਏਗਾ ਇਹ ਬੜੀ ਜਲਦੀ ਸਲਿਪ ਕਰਨ ਦੀ ਕੋਸ਼ਿਸ਼ ਕਰਦੀ ਹੈ। ਤੁਸੀਂ ਜੇ ਸੀਟ ਬੈਲਟ ਕੋਈ ਲਗਾਉਂਦੇ ਹੋ ਕਾਰ ਦੇ ਵਿੱਚ, ਜੇ ਤੁਸੀਂ ਇਕੱਲੀ ਇਹ ਵਾਲੀ ਸੀਟ ਬੈਲਟ ਲਗਾਉਂਦੇ ਹੋ ਨਾ, ਕਈਆਂ ਨੇ ਕੀ ਕੀਤਾ ਹੁੰਦਾ ਆਪਣੇ ਨੂੰ ਲੋਕ ਲਗਾਇਆ, ਸੀਟ ਬੈਲਟ ਦਾ ਜਿਹੜਾ ਲੋਕ ਹੈ ਉਹਦੇ 'ਚ ਇੰਸਰਟ ਕਰਕੇ ਰੱਖਿਆ ਹੁੰਦਾ ਹੈ ਤੇ ਸੀਟ ਦੇ ਉੱਤੇ ਹੀ, ਮਤਲਬ ਜਦੋਂ ਵੀ ਸੀਟ ਬੈਲਟ ਪਾਣੀ ਆਪਣੇ ਆਪ ਦੇ ਉੱਤੋਂ ਸੀਟ ਬੈਲਟ ਘੁਮਾ ਕੇ ਕੱਢ ਲੈਣੀ। ਨੀਚੇ ਉਹਨੇ ਤੁਹਾਡੀ ਲੈਪ ਨੂੰ ਕਵਰ ਹੀ ਨਹੀਂ ਕਰਨਾ, ਸਿਰਫ ਸੈਸ਼ ਟਾਈਪ ਕਰ ਦੇਣੀ ਤਾਂ ਜੋ ਬਸ ਚਲਾਨ ਨਾ ਹੋਵੇ ਤੇ ਪੁਲਿਸ ਵਾਲੇ ਨੂੰ ਇਹੀ ਲੱਗੇ ਤੁਸੀਂ ਸੀਟ ਬੈਲਟ ਪਾਈ ਹੋਈ ਹੈ। ਉਸ ਸੀਟ ਬੈਲਟ ਨੂੰ ਪਾਉਣ ਦਾ ਕੋਈ ਫਾਇਦਾ ਨਹੀਂ। ਜਿੰਨੀ ਦੇਰ ਤੱਕ ਤੁਹਾਡੀ ਲੋਅਰ ਪਾਰਟ ਜਿਹੜਾ, ਜਿਹੜੀ ਤੁਹਾਡੀ ਕਮਰ ਹੈ, ਉਹਨੂੰ ਸੀਟ ਬੈਲਟ ਨਹੀਂ ਫੜਦੀ, ਉਨੀ ਦੇਰ ਤੱਕ ਸੀਟ ਬੈਲਟ ਪਾਉਣ ਦਾ ਕੋਈ ਫਾਇਦਾ ਨਹੀਂ। ਜੇ ਤੁਸੀਂ ਸੈਸ਼ ਟਾਈਪ ਐਦਾਂ ਦੀ ਸੀਟ ਬੈਲਟ ਇਕੱਲੀ ਪਾ ਲਈ ਨਾ, ਐਦਾਂ ਦੀ ਸੀਟ ਬੈਲਟ ਨੇ ਤੁਹਾਨੂੰ ਐਕਸੀਡੈਂਟ ਦੇ ਵਿੱਚ ਨਹੀਂ ਪਹੁੰਚਾਉਣਾ, ਐਨੇ ਸਲਿੱਪ ਕਰ ਜਾਣਾ ਜਦੋਂ ਵੀ ਕੋਈ ਕੋਲੀਜਨ ਹੋਣਾ। ਇਸ ਕਰਕੇ ਇਹ ਇੱਕ ਐਡਜਸਟੇਬਲ ਸਟਰੈਪ ਹੈ ਸੈਸ਼ ਟਾਈਪ, ਜਿਹੜਾ ਤੁਹਾਡੇ ਸ਼ੋਲਡਰ ਦੇ ਉੱਤੋਂ ਪਾਸ ਕਰੇਗਾ। ਇਟ ਯੂਜ਼ ਇਜ਼ ਆਲਸੋ ਲਿਮਟਿਡ। ਇਹਦਾ ਯੂਜ਼ ਜਿਹੜਾ ਲਿਮਟਿਡ ਹੈ। ਕਿਉਂ ਲਿਮਟਿਡ ਹੈ? ਕਿਉਂਕਿ ਇਹ ਈਜ਼ਲੀ ਸਲਿੱਪ ਕਰ ਜਾਂਦਾ ਜਦੋਂ ਕੋਈ ਵੀ ਕੋਲੀਜਨ ਹੁੰਦਾ, ਕੋਈ ਵੀ ਐਕਸੀਡੈਂਟ ਹੁੰਦਾ। ਇਸ ਕਰਕੇ ਸੈਸ਼ ਟਾਈਪ ਵੀ ਜਿਹੜੀ ਹੈ ਯੂਜ਼ ਨਹੀਂ ਕੀਤੀ ਜਾਂਦੀ। ਇਹਨੂੰ ਅਸੀਂ ਡਾਇਗਨਲ ਬੈਲਟ ਵੀ ਕਹਿੰਦੇ ਹਾਂ, ਉਹਨਾਂ ਨੇ ਇਹਨੂੰ ਡਾਇਗਨਲ ਬੈਲਟ ਵੀ ਲਿਖਿਆ।
ਡਾਇਗਨਲ ਬੈਲਟ ਕਹਿ ਲਓ ਜਾਂ ਸੈਸ਼ ਟਾਈਪ ਕਹਿ ਲਓ, ਦੋਨਾਂ ਚੋਂ ਅਸੀਂ ਜੋ ਮਰਜ਼ੀ ਕਹਿ ਸਕਦੇ ਹਾਂ। ਹੈ ਕੀ ਇਹਦੇ 'ਚ ਇੱਕ ਐਡਜਸਟੇਬਲ ਸਟਰੈਪ ਜਿਹੜਾ ਤੁਹਾਡੇ ਸ਼ੋਲਡਰ ਦੇ ਉੱਤੋਂ ਪਾਸ ਕਰਦਾ ਪਿਆ, ਜਿਹਨੂੰ ਆਪਾਂ ਅੱਜ ਕੱਲ੍ਹ ਯੂਜ਼ ਨਹੀਂ ਕਰਦੇ। ਕਿਉਂ ਨਹੀਂ ਯੂਜ਼ ਕਰਦੇ? ਕਿਉਂਕਿ ਐਕਸੀਡੈਂਟ ਦੇ ਵਿੱਚ ਇਹਦੇ ਖੁੱਲ੍ਹਣ ਦੇ ਚਾਂਸਿਸ ਜਾਂ ਸਲਿੱਪ ਹੋਣ ਦੇ ਚਾਂਸਿਸ ਜਿਹੜੇ ਨੇ ਉਹ ਜ਼ਿਆਦਾ ਨੇ। ਸੋ 3 ਟਾਈਪਸ ਅਸੀਂ ਪੜ੍ਹ ਲਈਆਂ। ਲੈਪ ਜਿਹੜੀ ਅਸੀਂ ਯੂਜ਼ ਨਹੀਂ ਕਰਦੇ, ਸਿਰਫ ਐਰੋਪਲੇਨ 'ਚ ਯੂਜ਼ ਹੁੰਦੀ ਹੈ ਜਾਂ ਪਿਛਲੀ ਸੀਟਸ 'ਤੇ ਯੂਜ਼ ਹੁੰਦੀ ਹੈ। 2 ਪੁਆਇੰਟ ਇਹਦਾ ਯੂਜ਼ ਵੀ ਸੇਮ ਹੈ। ਰੀਅਰ ਸੀਟ ਸੈਸ਼ ਇਹਨੂੰ ਅਸੀਂ ਯੂਜ਼ ਹੀ ਨਹੀਂ ਕਰਦੇ ਕਿਉਂਕਿ ਐਕਸੀਡੈਂਟ ਦੇ ਵਿੱਚ ਕਲੀਜਨ ਜਦੋਂ ਹੁੰਦਾ ਉਦੋਂ ਖਰਾਬ ਹੋਣ ਦੇ ਚਾਂਸ ਹੁੰਦੇ ਨੇ, ਇਹਦੇ 'ਚੋਂ ਸਲਿੱਪ ਹੋਣ ਦੇ ਚਾਂਸ ਹੁੰਦੇ ਨੇ। ਸੈਸ਼ ਤੋਂ ਬਾਅਦ ਆ ਗਿਆ ਲੈਪ ਐਂਡ ਸੈਸ਼। ਲੈਪ ਐਂਡ ਸੈਸ਼ ਕੰਬੀਨੇਸ਼ਨ ਆਫ ਲੈਪ ਬੈਲਟ ਐਂਡ ਸੈਸ਼ ਬੈਲਟ, ਇਹ ਵੀ ਅਸੀਂ ਯੂਜ਼ ਨਹੀਂ ਕਰਦੇ। ਕਿਉਂ ਨਹੀਂ ਯੂਜ਼ ਕਰਦੇ? ਕਿਉਂਕਿ ਇਹਦੇ 'ਚ ਪਤਾ ਕੀ ਹੈ, ਲੈਪ ਬੈਲਟ ਜਿਹੜੀ ਹੈ ਉਹਦਾ ਲੋਕ ਅਲੱਗ ਹੋਏਗਾ, ਸੈਸ਼ ਬੈਲਟ ਜਿਹੜੀ ਹੈ ਉਹਦਾ ਲੋਕ ਅਲੱਗ ਹੋਏਗਾ। ਦੋ ਅਲੱਗ-ਅਲੱਗ ਬੈਲਟ ਹੋਣਗੀਆਂ, ਉਹਨਾਂ ਦੋਨਾਂ ਨੂੰ ਆਪਸ 'ਚ ਜੁਆਇਨ ਕੀਤਾ ਹੋਏਗਾ ਅਤੇ ਦੋਨੋਂ ਜੁਆਇਨ ਹੋ ਕੇ ਇੱਕ ਬੈਲਟ ਬਣਾਉਣਗੀਆਂ। ਇਸ ਕਰਕੇ ਅਸੀਂ ਇਹਨੂੰ ਵੀ ਜ਼ਿਆਦਾ ਯੂਜ਼ ਨਹੀਂ ਕਰਦੇ। ਇਹਦਾ ਵੀ ਇੱਕ ਆਲਟਰਨੇਟਿਵ ਆਪਣੇ ਕੋਲ ਆ ਗਿਆ, ਉਹ ਅਸੀਂ ਅੱਗੇ ਪੜ੍ਹਦੇ ਹਾਂ। ਇਟ ਇਜ਼ ਦੀ ਕੰਬੀਨੇਸ਼ਨ ਆਫ ਲੈਪ ਟਾਈਪ ਐਂਡ ਸੈਸ਼ ਟਾਈਪ, ਮਤਲਬ ਦੋ ਸੈਪਰੇਟ ਬੈਲਟਾਂ ਨੇ। ਲੈਪ ਟਾਈਪ ਅਲੱਗ ਹੈ, ਸੈਸ਼ ਟਾਈਪ ਅਲੱਗ ਹੈ। ਲੈਪ ਟਾਈਪ ਕਿਹੜੀ ਉਹ ਤੁਸੀਂ ਸਭ ਤੋਂ ਪਹਿਲਾਂ ਪੜ੍ਹਿਆ, ਸੈਸ਼ ਟਾਈਪ ਕਿਹੜੀ ਉਹ ਤੁਸੀਂ ਲਾਸਟ ਪੜ੍ਹਿਆ। ਇਹਨਾਂ ਨੇ ਲੈਪ ਤੇ ਸੈਸ਼ ਕਿਉਂ ਜੋੜੀ? ਕਿਉਂਕਿ ਜਿਹੜੀ ਇਕੱਲੀ ਸੈਸ਼ ਸੀਗੀ ਉਹਦੇ 'ਚੋਂ ਬੰਦਾ ਸਲਿੱਪ ਕਰ ਜਾਂਦਾ ਸੀਗਾ, ਅਤੇ ਜਿਹੜੀ ਇਕੱਲੀ ਲੈਪ ਸੀਗੀ ਉਹ ਉੱਪਰ ਦੀ ਬੋਡੀ ਨੂੰ ਕੰਟਰੋਲ ਨਹੀਂ ਕਰ ਪਾਉਂਦੀ ਸੀਗੀ ਐਕਸੀਡੈਂਟ ਦੇ ਵਿੱਚ। ਤਾਂ ਇਹਨਾਂ ਨੇ ਕੀ ਕੀਤਾ, ਦੋ ਸੈਪਰੇਟ ਬੈਲਟਾਂ ਨੂੰ ਜੋੜਤਾ ਵੀ ਲੈਪ ਵਾਲਾ ਆਪਣਾ ਕੰਮ ਕਰੀ ਜਾਵੇ ਅਤੇ ਸੈਸ਼ ਵਾਲਾ ਆਪਣਾ ਕੰਮ ਕਰੀ ਜਾਵੇ। ਇਟ ਵਾਜ਼ ਯੂਜ਼ਡ ਇਨ ਅਰਲੀ ਈਅਰਸ। ਸਟਾਰਟਿੰਗ ਤੇ ਜਦੋਂ ਇਹ ਕੰਸੈਪਟ ਹੋਇਆ ਸੀਗਾ ਲੈਪ ਤੇ ਸੈਸ਼ ਦਾ, ਉਦੋਂ ਬੜਾ ਯੂਜ਼ ਕੀਤਾ ਜਾਂਦਾ ਸੀਗਾ। ਬਟ ਨਾਓ ਸੁਪਰੈਸਡ ਬਾਏ 3 ਪੁਆਇੰਟ ਡਿਜ਼ਾਈਨ। ਹੁਣ ਅੱਗੋਂ ਜਿਵੇਂ 2 ਪੁਆਇੰਟ ਸੀਗਾ ਉੱਦਾਂ ਹੀ ਇੱਕ 3 ਪੁਆਇੰਟ ਆ ਗਿਆ, ਜਿਹੜਾ ਅੱਜ ਕੱਲ੍ਹ ਅਸੀਂ ਕਾਰਾਂ 'ਚ ਯੂਜ਼ ਕਰਦੇ ਪਏ ਹਾਂ। 3 ਪੁਆਇੰਟ ਡਿਜ਼ਾਈਨ ਜਦੋਂ ਦਾ ਆ ਗਿਆ, ਉਹਨੇ ਕੀ ਕੀਤਾ, ਇਹਨੂੰ ਸੁਪਰੈਸ ਕਰਤਾ, ਇਹਨੂੰ ਬੰਦ ਕਰਵਾ ਦਿੱਤਾ ਲੈਪ ਤੇ ਸੈਸ਼ ਨੂੰ। ਸੋ ਹੁਣ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਕਾਮਨ ਚੱਲਦਾ ਪਿਆ ਉਹ ਹੈ ਜੀ 3 ਪੁਆਇੰਟ। ਲੈਪ ਤੇ ਸੈਸ਼ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਕੰਬੀਨੇਸ਼ਨ ਹੈ ਸੈਸ਼ ਦਾ ਤੇ ਲੈਪ ਦਾ, ਦੋਨੋਂ ਅਲੱਗ-ਅਲੱਗ ਬੈਲਟਾਂ ਨੇ। ਸਟਾਰਟਿੰਗ ਤੇ ਬੜਾ ਯੂਜ਼ ਕੀਤਾ ਗਿਆ ਸੀਗਾ ਇਹਨੂੰ ਕਿਉਂਕਿ ਕੰਸੈਪਟ ਸਹੀ ਸੀਗਾ। ਬਟ ਹੁਣ ਕੀ ਕੀਤਾ ਗਿਆ, ਹੁਣ 3 ਪੁਆਇੰਟ ਡਿਜ਼ਾਈਨ ਨੇ ਇਹਨੂੰ ਸੁਪਰੈਸ ਕਰਤਾ ਹੈ, ਇਸ ਕਰਕੇ ਇਹਨੂੰ ਹੁਣ ਯੂਜ਼ ਨਹੀਂ ਕੀਤਾ ਜਾਂਦਾ। ਨੈਕਸਟ ਅਸੀਂ ਸਟੱਡੀ ਕਰਦੇ ਹਾਂ 3 ਪੁਆਇੰਟ ਸੀਟ ਬੈਲਟ, ਜਿਹੜੀ ਅਸੀਂ ਸਭ ਤੋਂ ਕਾਮਨਲੀ ਯੂਜ਼ ਕਰਦੇ ਹਾਂ ਗੱਡੀਆਂ ਦੇ ਵਿੱਚ। ਇਹ ਦੇਖੋ, ਇਹ ਹੈ ਜੀ 3 ਪੁਆਇੰਟ ਸੀਟ ਬੈਲਟ। 3 ਪੁਆਇੰਟ ਸੀਟ ਬੈਲਟ ਦੇ ਵਿੱਚ ਕੀ ਹੈ, 3 ਪੁਆਇੰਟ ਸੀਟ ਬੈਲਟ 'ਚੋਂ ਕੀ ਕਹਿੰਦੇ ਨੇ, ਇੱਕ ਪੁਆਇੰਟ ਇਹ ਰਿਹਾ ਉੱਪਰ, ਠੀਕ ਹੈ, ਇਹ ਫਸਟ ਪੁਆਇੰਟ ਆ ਗਿਆ ਮੰਨ ਲਓ ਉੱਪਰ ਵਾਲਾ। ਇੱਦਾਂ ਹੀ ਨੀਚੇ ਵਾਲਾ ਆ ਗਿਆ ਸੈਕਿੰਡ ਪੁਆਇੰਟ, ਲੈਫਟ ਸਾਈਡ ਵਾਲਾ ਇੱਦਾਂ ਹੀ ਨੀਚੇ ਵਾਲਾ ਆ ਗਿਆ ਥਰਡ ਪੁਆਇੰਟ। ਇਹਨੂੰ ਅਸੀਂ ਕਹਿ ਦਿੱਤਾ 3 ਪੁਆਇੰਟ ਸੀਟ ਬੈਲਟ। ਇਹ ਆਪਾਂ ਆਪਣੀ ਕਾਰਾਂ 'ਚ ਯੂਜ਼ ਕਰਦੇ ਹਾਂ। ਅਸੀਂ ਬਸ ਇੱਕ ਬੱਕਲ ਨੂੰ ਖਿੱਚਦੇ ਹਾਂ ਆਪਣੇ ਵੱਲ, ਉਹ ਜਦੋਂ ਬੱਕਲ ਨੂੰ ਖਿੱਚਦੇ ਹਾਂ ਉਹ ਲੈਪ ਵੀ ਬਣਾ ਦਿੰਦਾ ਅਤੇ ਸੈਸ਼ ਵੀ ਬਣਾ ਦਿੰਦਾ। ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ 3 ਪੁਆਇੰਟ ਸੀਟ ਬੈਲਟ। 3 ਪੁਆਇੰਟ ਸੀਟ ਬੈਲਟ ਦੇ ਵਿੱਚ ਕੀ ਹੈ, ਇਟ ਇਜ਼ ਸਿਮਿਲਰ ਟੂ ਲੈਪ ਐਂਡ ਸੈਸ਼ ਬਟ ਇਟ ਹੈਜ਼ one single continuous length of strap। ਕਹਿੰਦੇ ਜਿਹੜਾ 3 ਪੁਆਇੰਟ ਸੀਟ ਬੈਲਟ ਹੈ ਨਾ, ਸਿਮਿਲਰ ਉੱਦਾਂ ਹੀ ਹੈ ਜਿੱਦਾਂ ਲੈਪ ਤੇ ਸੈਸ਼ ਸੀਗਾ, ਬਟ ਇਹਦੇ 'ਚ ਕੀ ਹੈ, ਇੱਕ ਸਿੰਗਲ ਲੈਂਥ ਹੈ ਸਟਰੈਪ ਦੀ ਜਿਹੜੀ ਕੰਟੀਨਿਊਸ ਹੈ। ਮਤਲਬ ਜੇ ਦੇਖਿਆ ਜਾਵੇ ਇਹ ਦੋ ਬੈਲਟਾਂ ਅਲੱਗ-ਅਲੱਗ ਨਹੀਂ ਹੈਗੀਆਂ। ਲੈਪ ਸੈਸ਼ ਦੇ ਵਿੱਚ ਕੀ ਸੀਗਾ, ਦੋਨੋਂ ਬੈਲਟਾਂ ਅਲੱਗ-ਅਲੱਗ ਸੀਗਾ। ਇਹਦੇ 'ਚ ਕੀ ਹੈ, ਇੱਕੋ ਬੈਲਟ ਹੈ, ਉਹੀ ਲੈਪ ਬਣਾ ਦਿੰਦੀ ਹੈ, ਉਹੀ ਸੈਸ਼ ਬਣਾ ਦਿੰਦੀ ਹੈ। ਉਹ ਤੁਸੀਂ ਦੇਖ ਸਕਦੇ ਹੋ ਇੱਕੋ ਬੈਲਟ ਕਿੱਦਾਂ ਹੈ। ਜੇ ਆਪਾਂ ਰਾਈਟ ਸਾਈਡ ਵਾਲਾ ਪੋਰਸ਼ਨ ਦੇਖੀਏ, ਸਾਰੇ ਦਾ ਸਾਰਾ ਇੱਕੋ ਬੈਲਟ ਉਹਨਾਂ ਨੇ ਸ਼ੋਅ ਕੀਤੀ ਹੈ। ਇੱਕੋ ਬੈਲਟ ਜਿਹੜੀ ਹੈ 3 ਪੁਆਇੰਟ ਦੇ ਵਿੱਚ ਉਹਨੂੰ ਕੰਟੀਨਿਊਸ ਬੈਲਟ ਕੀ ਕਰਦੀ ਹੈ, ਉਹਨੂੰ ਹੀ ਲੈਪ ਬਣਾ ਦਿੰਦੀ ਹੈ, ਉਹਨੂੰ ਹੀ ਸੈਸ਼ ਬਣਾ ਦਿੰਦੀ ਹੈ। ਇਨ ਬੋਥ 3 ਪੁਆਇੰਟ ਐਂਡ ਲੈਪ ਸੈਸ਼ ਬੈਲਟ, ਦੋਨਾਂ ਦੇ ਵਿੱਚ 3 ਪੁਆਇੰਟ ਸੀਟ ਬੈਲਟ ਦੇ ਵਿੱਚ ਵੀ ਤੇ ਲੈਪ ਸੈਸ਼ ਵੀ, ਦੀ ਐਨਰਜੀ ਆਫ ਦੀ ਮੂਵਿੰਗ ਬੋਡੀ ਸਪਰੈਡਸ ਓਵਰ ਦੀ ਚੈਸਟ, ਪੈਲਵਿਸ ਐਂਡ ਸ਼ੋਲਡਰ ਡਿਊਰਿੰਗ ਕਲਿਜਨ। ਜਿਹੜੀ ਦੋਨੋਂ ਸੀਟ ਬੈਲਟਾਂ ਦੇ ਵਿੱਚ, ਚਾਹੇ ਉਹ 3 ਪੁਆਇੰਟ ਹੈ ਚਾਹੇ ਉਹ ਲੈਪ ਸੈਸ਼ ਹੈ, ਜਿਹੜੀ ਐਨਰਜੀ ਹੈ ਮੂਵਿੰਗ ਬੋਡੀ, ਉਹ ਕੀ ਕਰਦੀ ਹੈ, ਸਾਡੀ ਚੈਸਟ, ਸਾਡੇ ਪੈਲਵਿਸ ਤੇ ਸਾਡੇ ਸ਼ੋਲਡਰ। ਮਤਲਬ ਜਦੋਂ ਵੀ ਐਕਸੀਡੈਂਟ ਕੋਈ ਹੁੰਦਾ, ਕੋਈ ਉਸ ਕਲੀਜਨ ਦੇ ਵਿੱਚ ਕੀ ਹੁੰਦਾ, ਇਹਦੇ 'ਚ ਕੀ ਹੋਏਗਾ, ਚਾਹੇ ਉਹ 3 ਪੁਆਇੰਟ ਹੈ ਚਾਹੇ ਲੈਪ ਸੈਸ਼ ਹੈ, ਜਿਹੜੀ ਐਨਰਜੀ ਹੈ ਜਦੋਂ ਵੀ ਐਕਸੀਡੈਂਟ ਹੋਣਾ ਉਦੋਂ ਜਿਹੜੀ ਐਨਰਜੀ ਪ੍ਰੋਡਿਊਸ ਹੋਣੀ ਹੈ, ਉਹ ਸਾਰੀ ਦੀ ਸਾਰੀ ਐਨਰਜੀ ਜਿਹੜੀ ਹੈ ਉਹ ਸਾਡੀ ਚੈਸਟ ਯਾਨੀ ਕਿ ਸਾਡੀ ਛਾਤੀ, ਸਾਡੀ ਲੋਅਰ ਪੋਰਸ਼ਨ ਤੇ ਸ਼ੋਲਡਰ, ਮੋਢੇ ਜਿੰਨੇ ਨੇ, ਉਹ ਸਾਰੇ ਦੇ ਸਾਰਿਆਂ ਦੇ ਉੱਤੇ ਇਕੁਅਲੀ ਡਿਸਟਰੀਬਿਊਟ ਹੋ ਜਾਏਗੀ। ਇਕੁਅਲੀ ਡਿਸਟਰੀਬਿਊਟ ਕੀ ਹੋਏਗਾ, ਸਾਨੂੰ ਇੰਨਾ ਜ਼ਿਆਦਾ ਇੰਪੈਕਟ ਨਹੀਂ ਪਏਗਾ। ਇਸ ਕਰਕੇ 3 ਪੁਆਇੰਟ ਸੀਟ ਬੈਲਟ ਜਿਹੜੀ ਹੈ
ਉਹ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ। 3 point belts are commonly available in the front seat as well as back seat of the modern cars। ਜਿਹੜੀ 3 point ਸੀਟ ਬੈਲਟ ਹੈ ਉਹ ਫਰੰਟ ਵਾਲੇ ਕਾਰਸ 'ਚ ਵੀ ਆਉਂਦੀ, ਫਰੰਟ ਵਾਲੀ ਸੀਟ ਤੇ ਵੀ ਆਉਂਦੀ ਹੈ ਤੇ ਬੈਕ ਵਾਲੀ ਸੀਟ ਤੇ ਵੀ ਆਉਂਦੀ ਹੈ। ਅੱਜ ਕੱਲ੍ਹ ਜਿੰਨੀਆਂ ਵੀ ਕਾਰਸ ਆ ਰਹੀਆਂ, ਮਾਡਰਨ ਕਾਰਸ ਜਿੰਨੀਆਂ ਵੀ ਆ ਰਹੀਆਂ, ਉਹਨਾਂ ਦੇ ਵਿੱਚ ਕੀ ਹੈ, 3 point ਸੀਟ ਬੈਲਟ ਜਿਹੜੀ ਹੈ ਉਹ ਕੋਮਨਲੀ ਯੂਜ਼ ਕੀਤੀ ਜਾ ਰਹੀ ਹੈ। ਠੀਕ ਹੈ, ਪਹਿਲੇ ਜਿਹੜੀਆਂ ਕਈ ਕਾਰਸ ਆਉਂਦੀਆਂ ਸੀਗੀਆਂ ਉਹਨਾਂ ਦੇ ਵਿੱਚ ਕੀ ਸੀਗਾ, ਪਿੱਛੇ ਵਾਲੀ ਸੀਟ ਤੇ ਉਹ ਦੂਜੀ ਆਪਣੀ ਲੈਪ ਟਾਈਪ ਜਾਂ 2 point ਕਰ ਦਿੰਦੇ ਸੀਗੇ। ਬਟ ਅੱਜ ਕੱਲ੍ਹ ਜਿੰਨੀਆਂ ਵੀ ਮਾਡਰਨ ਕਾਰਸ ਆ ਰਹੀਆਂ, ਸਾਰੀਆਂ ਕਾਰਸ ਨਹੀਂ, ਇਹ ਨਹੀਂ ਵੀ ਤੁਹਾਡੀ ਹਰ ਗੱਡੀ ਦੇ ਵਿੱਚ 3 point ਸੀਟ ਬੈਲਟ ਜਿਹੜੀ ਪਿੱਛੇ ਲੱਗੀ ਹੋਏਗੀ, ਫਰੰਟ ਤੇ ਭਾਵੇਂ ਲੱਗੀ ਹੋਵੇ ਪਰ ਬੈਕ ਸੀਟ ਤੇ 3 point ਲੱਗੀ ਜਾਂ ਨਹੀਂ ਲੱਗੀ, ਇਹ ਡਿਪੈਂਡ ਕਰਦਾ ਗੱਡੀ ਦੇ ਮਾਡਲ ਤੋਂ। These belt may have also consist of inertia reel mechanism। ਇਹਨਾਂ ਬੈਲਟਾਂ ਦੇ ਵਿੱਚ 3 point ਸੀਟ ਬੈਲਟ ਦੇ ਵਿੱਚ ਇੱਕ ਮਕੈਨਿਜ਼ਮ ਹੈ ਇਨਰਸ਼ੀਆ ਰੀਲ ਮਕੈਨਿਜ਼ਮ, ਉਹ ਵੀ ਲੱਗਾ ਹੋ ਸਕਦਾ ਹੈ, ਮਤਲਬ ਮੋਸਟਲੀ ਲੱਗਾ ਹੀ ਹੁੰਦਾ ਹੈ। ਉਹ ਕੀ ਚੀਜ਼ ਹੈ ਉਹ ਅਸੀਂ ਨੈਕਸਟ ਲੈਕਚਰ ਦੇ ਵਿੱਚ ਅਲੱਗ ਤੋਂ ਸਟੱਡੀ ਕਰਾਂਗੇ। ਇਹ ਇੱਕ ਪੂਰਾ ਟੌਪਿਕ ਹੈ ਇਨਰਸ਼ੀਆ ਰੀਲ ਮਕੈਨਿਜ਼ਮ। ਇਹਦੇ 'ਚ ਕੀ ਹੈ ਵੀ ਜਦੋਂ ਅਸੀਂ ਹੌਲੀ ਹੌਲੀ ਸੀਟ ਬੈਲਟ ਨੂੰ ਆਪਾਂ ਅੱਗੇ ਪਿੱਛੇ ਮੂਵ ਕਰ ਸਕਦੇ ਹਾਂ, ਬਟ ਇੱਕਦਮ ਜਦੋਂ ਝਟਕਾ ਲੱਗਦਾ ਉਦੋਂ ਸੀਟ ਬੈਲਟ ਜਿਹੜੀ ਹੈ ਉਹ ਮੂਵ ਨਹੀਂ ਹੋਣ ਦਿੰਦੀ। ਮਤਲਬ ਜਿਹੜੀ ਸੀਟ ਬੈਲਟ ਹੈ ਉਹਨੂੰ ਅਸੀਂ ਜੇ ਸਲੋਲੀ ਖਿੱਚਦੇ ਹਾਂ ਨਾ, ਉਹ ਉਸਨੂੰ ਅਸੀਂ ਵੀਅਰ ਕਰ ਸਕਦੇ ਹਾਂ। ਜੇ ਆਪਾਂ ਸੀਟ ਬੈਲਟ ਨੂੰ ਇੱਕਦਮ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਉਹ ਸੀਟ ਬੈਲਟ ਬਾਹਰ ਨਹੀਂ ਆਉਂਦੀ। ਮਤਲਬ ਜਦੋਂ ਵੀ ਝਟਕਾ ਲੱਗੇਗਾ, ਸਾਨੂੰ ਕੋਈ ਐਕਸੀਡੈਂਟ ਹੋਏਗਾ, ਉਦੋਂ ਇੱਕਦਮ ਸੀਟ ਬੈਲਟ ਜਿਹੜੀ ਹੈ ਉਹ ਬਾਹਰ ਨਹੀਂ ਆਊਗੀ, ਸਾਨੂੰ ਆਪਣੀ ਜਗ੍ਹਾ ਤੇ ਲੌਕ ਕਰਕੇ ਰੱਖੇਗੀ। ਇਹਦੇ ਲਈ ਯੂਜ਼ ਕੀਤਾ ਜਾਂਦਾ ਹੈ ਇਨਰਸ਼ੀਆ ਰੀਲ ਮਕੈਨਿਜ਼ਮ। ਡਿਟੇਲ ਦੇ ਵਿੱਚ ਆਪਾਂ ਪੜਾਂਗੇ ਨੈਕਸਟ ਲੈਕਚਰ ਦੇ ਵਿੱਚ ਇਨਰਸ਼ੀਆ ਰੀਲ ਮਕੈਨਿਜ਼ਮ ਕੀ ਹੈ। ਅੱਗੋਂ ਆ ਗਿਆ ਕ੍ਰਿਸ ਕ੍ਰੋਸ ਬੈਲਟ। ਕ੍ਰਿਸ ਕ੍ਰੋਸ ਬੈਲਟ ਕੀ ਹੈ, ਇਟ ਫਾਰਮਸ ਏ ਕ੍ਰੋਸ ਬ੍ਰੇਸ ਅਕਰੋਸ ਦੀ ਚੈਸਟ। ਸਾਡੀ ਚੈਸਟ ਤੇ ਇੱਕ ਤਰ੍ਹਾਂ ਦਾ ਕ੍ਰੋਸ ਬਣਦਾ, ਇਹ ਦੇਖੋ, ਇਹਨੂੰ ਅਸੀਂ ਕਹਿੰਦੇ ਹਾਂ ਕ੍ਰਿਸ ਕ੍ਰੋਸ ਬੈਲਟ। ਠੀਕ ਹੈ, ਇਹ ਵੀ ਜਿਹੜੀ ਹੈ ਜ਼ਿਆਦਾ ਯੂਜ਼ ਨਹੀਂ ਕੀਤੀ ਜਾਂਦੀ। ਕੋਈ ਸਪੈਸ਼ਲ ਜਿਵੇਂ ਐਂਬੂਲੈਂਸ ਆ ਗਈ, ਰੇਸਿੰਗ ਕਾਰਸ ਆ ਗਈਆਂ, ਉਹਨਾਂ ਦੇ ਵਿੱਚ ਇੱਦਾਂ ਦੀ ਕ੍ਰਿਸ ਕ੍ਰੋਸ ਬੈਲਟ ਯੂਜ਼ ਕੀਤੀ ਜਾਂਦੀ ਹੈ, ਜਿਹੜੀ ਸਾਡੀ ਚੈਸਟ ਦੇ ਉੱਤੇ ਇੱਕ ਤਰ੍ਹਾਂ ਕ੍ਰੋਸ ਬਣਾਉਂਦੀ ਹੈ। ਕ੍ਰਿਸ ਕ੍ਰੋਸ ਤੋਂ ਬਾਅਦ ਆ ਗਿਆ 5 point। ਜਿੱਦਾਂ ਅਸੀਂ 2 point ਪੜਿਆ ਸੀਗਾ, 3 point ਪੜਿਆ ਸੀਗਾ, ਐਦਾਂ ਹੀ ਇੱਕ ਆ ਗਈ 5 point ਹਾਰਨੈਸ। 5 point ਹਾਰਨੈਸ ਅਸੀਂ ਕਿੱਥੇ ਯੂਜ਼ ਕਰਦੇ ਹਾਂ? 5 point ਹਾਰਨੈਸ ਆਪਾਂ ਰੇਸਿੰਗ ਕਾਰਸ ਵਗੈਰਾ 'ਚ ਯੂਜ਼ ਕਰਦੇ ਹਾਂ। ਦੇ ਆਰ ਸੇਫਰ ਬਟ ਮੋਰ ਰਿਸਟ੍ਰਿਕਟਿਵ ਸੀਟ ਬੈਲਟ। ਕਹਿੰਦੇ ਨੋ ਡਾਊਟ ਇਹ ਸੀਟ ਬੈਲਟ ਜਿਹੜੀਆਂ ਨੇ ਇਹ ਸੇਫਰ ਨੇ, ਬਟ ਇਹ ਜਿਹੜੀਆਂ ਸੀਟ ਬੈਲਟ ਨੇ ਇਹ ਜ਼ਿਆਦਾ ਰਿਸਟ੍ਰਿਕਟਿਵ ਨੇ। ਰਿਸਟ੍ਰਿਕਟਿਵ ਮਤਲਬ ਵੀ ਜੇ ਤੁਸੀਂ ਇਹ ਸੀਟ ਬੈਲਟ ਪਾ ਲਈ ਨਾ, ਫਿਰ ਤੁਹਾਡੀ ਮੂਵਮੈਂਟ ਬਿਲਕੁਲ ਹੀ ਘੱਟ ਜਾਣੀ ਹੈ। ਜਿੱਦਾਂ ਆਪਾਂ ਆਮ ਸੀਟ ਬੈਲਟ ਲਾ ਕੇ ਅੱਗੇ ਝੁਕ ਸਕਦੇ ਹਾਂ, ਪਿੱਛੇ ਹੋ ਸਕਦੇ ਹਾਂ, ਕੋਈ ਚੀਜ਼ ਕਰ ਸਕਦੇ ਹਾਂ, ਬਟ ਇਹਨਾਂ ਨੇ ਕੀ ਕਰਨਾ ਹੈ, ਇਹ ਸੀਟ ਬੈਲਟ ਨੇ ਕੀ ਕਰਨਾ ਹੈ, ਤੁਹਾਨੂੰ ਇੱਕ ਤਰ੍ਹਾਂ ਪੂਰੀ ਤਰ੍ਹਾਂ ਲੌਕ ਕਰ ਦੇਣਾ। ਦੇਖੋ ਤੁਹਾਡੇ ਦੋਨੋਂ ਸ਼ੋਲਡਰ ਉਹਨੇ ਕੀ ਕੀਤੇ, ਲੌਕ ਕਰਤੇ। ਤੁਹਾਡੇ ਦੋਨੋਂ ਸ਼ੋਲਡਰ ਜਿਹੜੇ ਨਾਲ ਲੱਗੇ ਪਏ ਨੇ, ਤੁਸੀਂ ਜਲਦੀ ਕਿਤੇ ਅੱਗੇ ਝੁਕ ਨਹੀਂ ਸਕਦੇ। ਠੀਕ ਹੈ, ਹੋਰ ਤੁਹਾਡੀਆਂ ਕਈ ਮੂਵਮੈਂਟਸ ਨੇ ਜਿਹੜੀਆਂ ਰੁਕ ਜਾਣਗੀਆਂ ਜੇ ਤੁਸੀਂ 5 point ਵਾਲੀ ਸੀਟ ਬੈਲਟ ਯੂਜ਼ ਕਰੋਗੇ। ਦੇ ਆਰ ਯੂਜ਼ਡ ਇਨ ਕਾਰਸ, ਇਹਨੂੰ ਕਾਰਸ 'ਚ ਯੂਜ਼ ਕੀਤਾ ਜਾਂਦਾ ਹੈ। The lap portion is connected to a belt between two shoulder belt, making a total of 5 points। ਉਹ ਕੀ ਕਹਿੰਦੇ ਨੇ, ਜਿਹੜਾ ਲੈਪ ਪੋਰਸ਼ਨ ਹੈ ਨਾ, ਉਹਨੂੰ ਕਿੱਥੇ ਕਨੈਕਟ ਕੀਤਾ ਗਿਆ? 2 shoulder belt। ਜਿਹੜੀਆਂ ਸ਼ੋਲਡਰ ਵਾਲੀਆਂ ਬੈਲਟਾਂ ਨੇ ਉਹ 2 ਨੇ, ਇੱਕ ਰਾਈਟ ਇੱਕ ਲੈਫਟ। ਜਿਹੜੀਆਂ 2 shoulder ਵਾਲੀ ਬੈਲਟ ਨੇ ਨਾ, ਉਹਨਾਂ ਨੂੰ ਕੀ ਕੀਤਾ ਗਿਆ, ਨੀਚੇ ਲੈਪ ਬੈਲਟ ਦੇ ਨਾਲ ਜੋੜਤਾ ਗਿਆ। ਦੀ ਲੈਪ ਪੋਰਸ਼ਨ, ਜਿਹੜਾ ਲੈਪ ਵਾਲਾ ਪੋਰਸ਼ਨ ਹੈ ਉਹ ਕਨੈਕਟਿਡ ਹੈ, ਕਿਹਦੇ ਨਾਲ ਕਨੈਕਟਿਡ ਹੈ? ਟੂ ਏ ਬੈਲਟ, ਇੱਕ ਬੈਲਟ ਦੇ ਨਾਲ, ਬਿਟਵੀਨ 2 shoulder belt, 2 shoulder ਬੈਲਟਾਂ ਦੇ ਵਿਚਕਾਰ ਇੱਕ ਲੈਪ ਬੈਲਟ ਵਾਲਾ ਫੋਲਡਰ ਲੱਗਾ ਹੈ। ਮੇਕਿੰਗ ਏ ਟੋਟਲ ਆਫ 5 points ਆਫ ਅਟੈਚਮੈਂਟ ਟੂ ਦੀ ਸੀਟ। ਐਦਾਂ ਕੀ ਬਣ ਗਿਆ, ਟੋਟਲ 5 points ਅਟੈਚਮੈਂਟ ਬਣ ਗਿਆ। ਜਿੱਦਾਂ 2 point ਅਟੈਚਮੈਂਟ ਸੀਗੀ, 3 point ਅਟੈਚਮੈਂਟ ਸੀਗੀ, ਐਦਾਂ ਹੀ ਟੋਟਲ 5 point ਅਟੈਚਮੈਂਟ ਬਣ ਗਈਆਂ ਤੇ ਅਸੀਂ ਇਹਨਾਂ ਨੂੰ ਕਹਿ ਦਿੱਤਾ 5 point ਹਾਰਨੈਸ। ਇਹ ਜਿਹੜੀ ਇਹ ਰੇਸਿੰਗ ਕਾਰਸ ਵਗੈਰਾ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ। ਐਦਾਂ ਹੀ 5 point ਤੋਂ ਬਾਅਦ ਆ ਗਿਆ 6 point ਹਾਰਨੈਸ। ਜਿਹੜੀ 5 point ਹਾਰਨੈਸ ਸੀਗੀ, ਇਹ ਬੰਦੇ ਦੀ ਜਿਹੜੀ ਮੂਵਮੈਂਟ ਸੀਗੀ ਉਹਨੂੰ ਰਿਸਟ੍ਰਿਕਟ ਕਰ ਦਿੰਦੀ ਸੀਗੀ। ਜਿਹੜੀ 6 point ਹੈ ਇਹ ਉਸ ਤੋਂ ਵੀ ਜ਼ਿਆਦਾ ਰਿਸਟ੍ਰਿਕਟ ਕਰਦੀ ਹੈ। ਇਹਦੇ 'ਚ ਕੀ ਹੈ, these are like a 5 point harness but includes an extra belt between the legs। ਇਹਦੇ 'ਚ ਕੀ ਹੋਏਗਾ, ਜਿਵੇਂ 5 point ਬੈਲਟ ਹੈ ਉੱਦਾਂ ਬੈਲਟਾਂ ਤੇ ਹੋਣਗੀਆਂ ਹੀ ਹੋਣਗੀਆਂ ਜਿਹੜੀਆਂ 5 points ਲੱਗੀਆਂ, ਬਟ ਇੱਕ ਐਕਸਟਰਾ ਬੈਲਟ ਹੋਏਗੀ। ਉਹ ਕੀ ਹੋਏਗੀ, ਤੁਹਾਡੀ ਲੱਤਾਂ ਦੇ ਵਿਚਕਾਰ ਹੋਏਗੀ, ਤੁਹਾਡੀ ਲੱਤਾਂ ਦੀ ਮੂਵਮੈਂਟ ਨੂੰ ਵੀ ਉਹ ਬੰਦ ਕਰ ਦੇਗੀ। These belts are used mainly in racing। ਇਹਨੂੰ ਕਿੱਥੇ ਯੂਜ਼ ਕਰਦੇ ਹਾਂ ਆਪਾਂ? ਰੇਸਿੰਗ ਕਾਰਸ ਦੇ ਵਿੱਚ ਯੂਜ਼ ਕਰਦੇ ਹਾਂ। The 6th point has 2 belt between the legs। ਜਿਹੜਾ 6ਵਾਂ ਪੁਆਇੰਟ ਹੋਏਗਾ ਉਹਦੇ 'ਚ ਕੀ ਹੋਣਗੀਆਂ, 2 ਬੈਲਟਾਂ ਹੋਣਗੀਆਂ ਜਿਹੜੀਆਂ ਤੁਹਾਡੇ ਲੈਗਸ ਦੇ ਵਿਚਕਾਰ ਹੋਣਗੀਆਂ, which is seen by some to be a weaker point than the other parts। ਜਿਹੜੀਆਂ
ਤੁਹਾਨੂੰ ਦੇਖਣ ਦੇ ਵਿੱਚ ਵੀਕਰ ਪੁਆਇੰਟ ਲੱਗੇਗਾ ਬਾਕੀ ਪਾਰਟਸ ਨਾਲੋਂ। ਮਤਲਬ ਉਹਨਾਂ ਨੂੰ ਕੀ ਲੱਗਾ ਵੀ 5 ਪੁਆਇੰਟ ਜਿਹੜੀ ਹਾਰਨੈਸ ਸੀਗੀ ਨਾ, ਉਹ ਤੁਹਾਡੀ ਬੋਡੀ ਨੂੰ ਪੂਰੀ ਤਰ੍ਹਾਂ ਸੇਵ ਨਹੀਂ ਕਰ ਪਾਉਂਦੀ ਸੀਗੀ। ਤੁਹਾਡੀ ਬੋਡੀ ਦੀ ਜਿਹੜੀ ਲੈਗਸ ਦੀ ਮੂਵਮੈਂਟ ਸੀਗੀ ਉਹ ਹੁੰਦੀ ਰਹਿੰਦੀ ਸੀਗੀ। ਇਸ ਕਰਕੇ ਉਹਨਾਂ ਨੂੰ ਇੱਕ ਵੀਕ ਪੁਆਇੰਟ ਸਮਝ ਕੇ ਉਹਨਾਂ ਨੇ ਕੀ ਕੀਤਾ, 6ਵਾਂ ਪੁਆਇੰਟ ਵੀ ਅਟੈਚ ਕਰਤਾ। 6ਵੇਂ ਪੁਆਇੰਟ 'ਚ ਕੀ ਕੀਤੀਆਂ, ਤੁਹਾਡੀਆਂ ਲੈਗਸ ਵੀ ਮੂਵ ਹੋਣੀਆਂ ਬੰਦ ਹੋ ਗਈਆਂ। ਹੁਣ ਜਦੋਂ ਤੁਹਾਡੀਆਂ ਲੈਗਸ ਮੂਵ ਹੋਣੀਆਂ ਬੰਦ ਹੋ ਗਈਆਂ, ਸੋ ਤੁਹਾਡੀ ਜਿਹੜੀ ਮੂਵਮੈਂਟ ਸੀਗੀ ਉਹ ਹੋਰ ਰਿਸਟ੍ਰਿਕਟ ਕਰ ਗਈ। ਉਹਨੂੰ ਅਸੀਂ ਕਹਿਤਾ 6 ਪੁਆਇੰਟ ਹਾਰਨੈਸ। ਸੋ ਅੱਜ ਦਾ ਲੈਕਚਰ ਇਹੀ ਸੀਗਾ ਜਿਹਦੇ 'ਚ ਅਸੀਂ ਸਟੱਡੀ ਕੀਤਾ ਵੀ ਸੀਟ ਬੈਲਟ ਅਸੀਂ ਕਿਹਨੂੰ ਕਹਿੰਦੇ ਆ। ਸੀਟ ਬੈਲਟ ਕਰਦੀ ਕੀ ਹੈ ਵੀ ਜਿਹੜਾ ਅੰਦਰ ਵੇਅਰਰ ਬੈਠਾ ਹੈ ਉਹਨੂੰ ਬਾਕੀ ਐਲੀਮੈਂਟਸ ਜਿਹੜੇ ਨੇ ਇੰਟੀਰੀਅਰ ਦੇ ਉਹਦੇ 'ਚ ਵੱਜਣ ਤੋਂ ਬਚਾਉਂਦੀ ਹੈ, ਦੂਜੇ ਪੈਸੇਂਜਰ 'ਚ ਵੱਜਣ ਤੋਂ ਬਚਾਉਂਦੀ ਹੈ, ਵਹੀਕਲ 'ਚੋਂ ਬਾਹਰ ਡਿੱਗਣ 'ਚੋਂ ਬਚਾਉਂਦੀ ਹੈ। ਫਿਰ ਆਪਾਂ ਸੀਟ ਬੈਲਟ ਦੀ ਟਾਈਪਸ ਦੀ ਗੱਲ ਕੀਤੀ ਜਿਹਦੇ 'ਚ ਆ ਗਿਆ ਲੈਪ ਟਾਈਪ। ਲੈਪ ਟਾਈਪ ਤੋਂ ਬਾਅਦ ਆ ਗਿਆ 2 ਪੁਆਇੰਟ, 2 ਪੁਆਇੰਟ ਤੋਂ ਬਾਅਦ ਆ ਗਿਆ ਸੈਸ਼, ਸੈਸ਼ ਤੋਂ ਬਾਅਦ ਆ ਗਿਆ ਲੈਪ ਐਂਡ ਸੈਸ਼, ਲੈਪ ਐਂਡ ਸੈਸ਼ ਤੋਂ ਬਾਅਦ ਆ ਗਿਆ 3 ਪੁਆਇੰਟ, 3 ਪੁਆਇੰਟ ਤੋਂ ਬਾਅਦ ਕ੍ਰਿਸ ਕ੍ਰੋਸ, ਕ੍ਰਿਸ ਕ੍ਰੋਸ ਤੋਂ ਬਾਅਦ 5 ਪੁਆਇੰਟ, 5 ਪੁਆਇੰਟ ਤੋਂ ਬਾਅਦ 6 ਪੁਆਇੰਟ। ਸੋ ਇਹ ਤੁਹਾਡਾ ਲੈਕਚਰ ਸੀਗਾ ਸੀਟ ਬੈਲਟ ਦਾ। ਕੋਈ ਟੌਪਿਕ ਨਾ ਸਮਝ ਲੱਗਾ ਹੋਏ ਮੈਨੂੰ ਤੁਸੀਂ ਪਰਸਨਲੀ ਮੈਸੇਜ ਕਰਕੇ ਪੁੱਛ ਲਿਓ। ਸਟਿਲ ਕੋਈ ਡਾਊਟ ਹੈ ਤੁਸੀਂ ਚੈਟ ਬਾਕਸ 'ਚ ਮੈਸੇਜ ਡਰੋਪ ਕਰ ਸਕਦੇ ਹੋ। ਸੋ ਅੱਜ ਲਈ ਇੰਨਾ ਹੀ। ਬਾਕੀ ਲੈਕਚਰ ਅਸੀਂ ਨੈਕਸਟ ਲੈਕਚਰ 'ਚ ਸਟੱਡੀ ਕਰਾਂਗੇ ਬਾਕੀ ਟੌਪਿਕ, ਜਿਹਦੇ 'ਚ ਅਸੀਂ ਇਨਰਸ਼ੀਆ ਰੀਲ ਮਕੈਨਿਜ਼ਮ ਤੇ ਇਲੈਕਟ੍ਰੋਨਿਕ ਵਹੀਕਲ ਸਟੇਬਿਲਿਟੀ ਕੰਟਰੋਲ ਪੜਾਂਗੇ। ਸੋ ਥੈਂਕ ਯੂ। ਅੱਜ ਲਈ ਇੰਨਾ ਹੀ।